ਗੱਲਾਂ ਆਪਣੇ ਲੋਕ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਚਮਕੌਰ ਸਿੰਘ ਮਾਛੀਕੇ। ਅੱਜ ਦੇ ਖਾਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅਫਗਾਨੀ ਸਿੱਖਾਂ ਬਾਰੇ। ਅਸੀਂ ਸਾਰਿਆਂ ਨੇ ਅਫਗਾਨਿਸਤਾਨ ਦੇ ਹਾਲਾਤ ਵੇਖੇ ਨੇ। ਉਹਨਾਂ ਸਮਿਆਂ ਦੇ ਵਿੱਚ ਜਦੋਂ ਤਾਲਿਬਾਨ ਦੀ ਸਰਕਾਰ ਨੇ ਪੂਰੇ ਅਫਗਾਨਿਸਤਾਨ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਸੀ ਤੇ ਹੋਰਾਂ ਕਮਿਊਨਿਟੀਆਂ ਦੇ ਲੋਕ ਜਿਹੜੇ ਉੱਥੇ ਵਸ ਰਹੇ ਸੀਗੇ, ਗੈਰ ਮੁਸਲਮ ਜਾਂ ਆਪਾਂ ਕਹਿ ਲਈਏ, ਤੇ ਉਹਨਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਇਸ ਵਕਤ ਉਹ ਕਿਸ ਤਰ੍ਹਾਂ ਦੀ ਜ਼ਿੰਦਗੀ ਬਸਰ ਕਰ ਰਹੇ ਨੇ, ਕਿੱਥੇ ਨੇ। ਖਾਸ ਕਰਕੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਅਫਗਾਨੀ ਸਿੱਖਾਂ ਦੀ ਗੱਲਬਾਤ ਕਰਾਂਗੇ। ਬਹੁਤ ਸਾਰੀਆਂ ਸੰਸਥਾਵਾਂ ਅੱਗੇ ਆਈਆਂ ਜਿਨ੍ਹਾਂ ਨੇ ਅਫਗਾਨੀ ਸਿੱਖਾਂ ਦੀ ਬਾਂਹ ਫੜਨ ਦੀ ਕੋਸ਼ਿਸ਼ ਵੀ ਕੀਤੀ ਔਰ ਫੜੀ ਵੀ। ਸੋ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਨੇ ਯੂਨਾਈਟਿਡ ਸਿੱਖ ਸੰਸਥਾ ਤੋਂ ਸੁਖਵਿੰਦਰ ਸਿੰਘ ਹੋਰੀ। ਉਹਨਾਂ ਤੋਂ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਟਾਈਮ ਅਫਗਾਨੀ ਸਿੱਖਾਂ ਦਾ ਕੀ ਹਾਲ ਆ, ਕਿਹੜੇ ਹਾਲਾਤ ਦੇ ਵਿੱਚ ਨੇ ਉਹ, ਤੇ ਯੂਨਾਈਟਿਡ ਸਿੱਖ ਜਾਂ ਜਿਹੜੀ ਸੰਸਥਾ ਉਹ ਅਫਗਾਨੀ ਸਿੱਖਾਂ ਦੇ ਲਈ ਕੀ ਕਰ ਰਹੀ ਹੈ। ਸੁਖਵਿੰਦਰ ਜੀ, ਸਵਾਗਤ ਹੈ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ। ਹਾਂਜੀ ਚਮਕੌਰ ਵੀਰ ਜੀ, ਤੁਹਾਨੂੰ ਤੇ ਆਪਣੀਆਂ ਗੱਲਾਂ ਆਪਣੇ ਲੋਕ ਪ੍ਰੋਗਰਾਮ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਸੁਖਵਿੰਦਰ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਜਿਵੇਂ ਮੈਂ ਪਹਿਲਾਂ ਦੱਸ ਚੁੱਕਾ ਕਿ ਅੱਜ ਆਪਾਂ ਗੱਲਬਾਤ ਕਰਨੀ ਆ ਅਫਗਾਨੀ ਸਿੱਖਾਂ ਬਾਰੇ ਜੀ। ਉਹਦੇ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਜਾਣਨ ਦੀ ਕੋਸ਼ਿਸ਼ ਕਰਾਂਗਾ ਕਿ ਜਿਹੜੀ ਤੁਹਾਡੀ ਸੰਸਥਾ ਹੈ ਯੂਨਾਈਟਿਡ ਸਿੱਖਸ, ਹਾਂਜੀ, ਥੋੜ੍ਹਾ ਜਿਹਾ ਇਹਦੇ ਬਾਰੇ ਦੱਸੋ। ਇਹਦੀ ਬੈਕਗਰਾਊਂਡ ਕੀ ਹੈ, ਕਦੋਂ ਹੋਂਦ ਦੇ ਵਿੱਚ ਆਈ ਸੀਗੀ ਤੇ ਕਿੱਥੇ ਕਿੱਥੇ ਕੰਮ ਕਰ ਰਹੀ ਹੈ। ਠੀਕ ਹੈ ਜੀ। ਹਾਂਜੀ, ਯੂਨਾਈਟਿਡ ਸਿੱਖਸ 1999 ਦੇ ਵਿੱਚ USA ਤੋਂ ਸ਼ੁਰੂ ਹੋਈ ਸੀ ਜੀ, ਜਦੋਂ 9/11 ਵਾਪਰਿਆ ਉਸ ਤੋਂ ਬਾਅਦ ਦੇ ਵਿੱਚ। ਤੇ ਵਾਦੀ ਇਹ ਸੰਸਥਾ ਅੱਜ 11 ਦੇਸ਼ਾਂ ਦੇ ਵਿੱਚ ਰਜਿਸਟਰਡ ਆ ਜੀ ਐਜ਼ ਏ NGO, ਜਿਹਦੇ ਵਿੱਚ ਮੇਨ ਸਾਰੇ ਕੰਟਰੀਜ਼ ਨੇ ਆਪਣਾ ਕੈਨੇਡਾ, ਅਮਰੀਕਾ, ਇੰਡੀਆ, ਪਾਕਿਸਤਾਨ, ਇੰਗਲੈਂਡ ਹੈ, ਯੂਰਪ ਦੇ ਵਿੱਚ ਫਰਾਂਸ ਹੈ, ਬੈਲਜੀਅਮ ਹੈ, ਆਇਰਲੈਂਡ ਹੈ, ਆਪਣਾ ਆਸਟ੍ਰੇਲੀਆ ਵਗੈਰਾ। ਤੇ ਇਹ ਆਪਣੀ ਸੰਸਥਾ ਯੂਨਾਈਟਿਡ ਨੇਸ਼ਨਸ ਦੇ ਨਾਲ ਰਿਲੇਟਡ ਹੈ ਜੀ। ਯੂਨਾਈਟਿਡ ਨੇਸ਼ਨਸ ਦੀਆਂ ਗਾਈਡਲਾਈਨਸ ਉਹਨਾਂ ਦੇ ਅਨੁਸਾਰ ਆਪਾਂ ਕੰਮ ਕਰਦੇ ਹਾਂ। ਤੇ ਨਾਲ ਦੀ ਨਾਲ ਜਿਹੜਾ ਆਪਣਾ ਮੇਨ ਜਿਹੜਾ ਮਾਟੋ ਹੈ, ਜਿਹੜਾ ਆਪਣੇ ਗੁਰੂ ਨਾਨਕ ਦੇਵ ਜੀ ਦਾ ਦਿੱਤਾ ਹੋਇਆ ਆਪਾਂ ਨੂੰ ਸੰਦੇਸ਼ ਹੈ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ, ਉਸ ਆਸ਼ੇ ਨੂੰ, ਉਸ ਮਿਸ਼ਨ ਨੂੰ ਅੱਗੇ ਰੱਖ ਕੇ ਆਪਾਂ ਕੰਮ ਕਰਦੇ ਹਾਂ, ਜਿਹਦੇ ਵਿੱਚ ਮੇਨ 3 ਫੀਲਡ ਨੇ ਜਿਨ੍ਹਾਂ ਦੇ ਵਿੱਚ ਯੂਨਾਈਟਿਡ ਸਿੱਖਸ ਕੰਮ ਕਰਦੀ ਹੈ। ਪਹਿਲਾ ਹੈਗਾ ਆਪਣਾ ਹਿਊਮੈਨਿਟੇਰੀਅਨ ਏਡ। ਉਹਦੇ ਵਿੱਚ ਦੁਨੀਆ 'ਚ ਕਿਤੇ ਵੀ ਕੋਈ ਵੀ ਡਿਜ਼ਾਸਟਰ ਹੁੰਦਾ ਤਾਂ ਉਹਦੇ ਵਿੱਚ ਆਪਣੇ ਸੇਵਾਦਾਰ ਪਹੁੰਚ ਕੇ ਸੇਵਾ ਕਰਦੇ ਨੇ, ਜਿਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਲੰਗਰ ਵਗੈਰਾ ਦਾ ਆਪਾਂ ਪ੍ਰਬੰਧ ਕਰਦੇ ਹਾਂ, ਫਿਰ ਮੈਡੀਕਲ ਸਹੂਲਤਾਂ ਦਾ ਪ੍ਰਬੰਧ ਕਰਦੇ ਹਾਂ, ਜਾਂ ਉੱਥੇ ਜੇ ਘਰ ਵਗੈਰਾ ਬਣਾਉਣ ਦੀ ਲੋੜ ਪੈਂਦੀ ਆ ਉਸ ਸੇਵਾਵਾਂ ਕਰਦੇ ਹਾਂ, ਜਾਂ ਹੋਰ ਵੀ ਕਿਸੇ ਵੀ ਤਰੀਕੇ ਦੀ ਕੋਈ ਵੀ ਸੇਵਾ ਦੀ ਲੋੜ ਪੈਂਦੀ ਆ ਉਸ ਡਿਜ਼ਾਸਟਰ ਜ਼ੋਨ ਦੇ ਵਿੱਚ, ਉਹ ਆਪਾਂ ਕਰਦੇ ਹਾਂ। ਜੇ ਆਪਾਂ ਹੁਣ ਤੱਕ 1999 ਤੋਂ ਅੱਜ ਤੱਕ ਦੇ ਸਫ਼ਰ ਦੇ ਵਿੱਚ ਦੇਖੀਏ, ਯੂਨਾਈਟਿਡ ਸਿੱਖਸ ਤਕਰੀਬਨ 75 ਤੋਂ ਜ਼ਿਆਦਾ ਡਿਜ਼ਾਸਟਰ ਰਿਲੀਫ ਪ੍ਰੋਜੈਕਟ ਕਰ ਚੁੱਕੇ ਆ। ਤੇ ਸੈਕੰਡ ਜਿਹੜਾ ਆਪਣਾ ਫੀਲਡ ਹੈਗਾ ਉਹ ਹੈਗਾ ਜੀ ਇੰਟਰਨੈਸ਼ਨਲ ਹਿਊਮਨ ਰਾਈਟਸ ਐਡਵੋਕੇਸੀ, ਜਿਹਨੂੰ ਆਈਕਰਾ ਕਹਿੰਦੇ ਆਪਾਂ। ਤੇ ਉਹਦੇ ਵਿੱਚ ਯੂਨਾਈਟਿਡ ਸਿੱਖਸ ਦੁਨੀਆ 'ਚ ਕਿਸੇ ਵੀ ਧਰਮ, ਕਿਸੇ ਵੀ ਮਜ਼ਹਬ ਦੇ ਨਾਲ ਕੋਈ ਵੀ ਧੱਕਾ ਹੋ ਰਿਹਾ ਤਾਂ ਉਹਨਾਂ ਦੀ ਆਪਾਂ ਬਾਂਹ ਫੜਦੇ ਹਾਂ। ਆਪਣੀਆਂ ਜਿਹੜੀਆਂ ਲੀਗਲ ਟੀਮਸ ਨੇ ਉਹਨਾਂ ਦੇ ਨਾਲ ਹੋਏ ਧੱਕੇ ਦੀ ਆਵਾਜ਼ ਉਠਾਉਂਦੀਆਂ ਨੇ ਅਦਾਲਤਾਂ ਦੇ ਵਿੱਚ। ਤੇ ਤੀਸਰਾ ਜਿਹੜਾ ਆਪਣਾ ਹੈਗਾ ਜੀ ਉਹ ਹੈਗਾ ਐਜੂਕੇਸ਼ਨ ਐਂਡ ਐਮਪਾਵਰਮੈਂਟ। ਉਹਦੇ ਵਿੱਚ ਆਪਾਂ ਕਮਿਊਨਿਟੀਜ਼ ਨੂੰ ਅਪਲਿਫਟ ਕਰਦੇ ਹਾਂ, ਉਹਨਾਂ ਨੂੰ ਜਾਗਰੂਕ ਕਰਦੇ ਹਾਂ, ਉਹਨਾਂ ਨੂੰ ਐਜੂਕੇਟ ਕਰਦੇ ਹਾਂ ਉਹਨਾਂ ਦੇ ਰਾਈਟਸ ਦੇ ਬਾਰੇ, ਜਾਂ ਉਹਨਾਂ ਦੇ ਨਾਲ ਹੋ ਰਹੇ ਧੱਕਿਆਂ ਦੇ ਬਾਰੇ, ਜਾਂ ਜਿਹੜੀਆਂ ਮਾੜੀਆਂ ਅਲਾਮਤਾਂ ਦੇ ਵਿੱਚ ਉਹ ਫਸੇ ਹੁੰਦੇ ਨੇ, ਜਿਵੇਂ ਡਰੱਗਸ ਹੋ ਗਈ, ਜਾਂ ਡੋਮੈਸਟਿਕ ਵਾਇਲੈਂਸ ਹੋ ਗਈ, ਮੈਂਟਲ ਹੈਲਥ ਹੋ ਗਈ। ਸੋ ਇਸ ਤਰ੍ਹਾਂ ਦੇ ਇਸ਼ੂਜ਼ 'ਤੇ ਵੀ ਆਪਾਂ ਨਾਲ ਕੰਮ ਕਰਦੇ ਹਾਂ ਜੀ। ਸੋ ਯੂਨਾਈਟਿਡ ਸਿੱਖਸ ਦੇ 3 ਜਿਹੜੇ ਮੇਨ ਫੀਲਡ ਨੇ ਇਹਨਾਂ 'ਚ ਕੰਮ ਕਰਦੀ ਹੈ ਜੀ। ਅੱਛਾ, ਅਫਗਾਨਿਸਤਾਨ ਦੇ ਜਿਹੜੇ ਸਿੱਖ ਹੈਗੇ ਨੇਗੇ ਉਹਨਾਂ ਦੇ ਨਾਲ ਸੰਪਰਕ ਕਿੱਦਾਂ ਹੁੰਦਾ ਯੂਨਾਈਟਿਡ ਸਿੱਖਸ ਦਾ? ਇਹ ਜੀ ਸੰਪਰਕ ਦੇ ਵਿੱਚ ਯੂਨਾਈਟਿਡ ਸਿੱਖਸ ਉਹਨਾਂ ਦੇ ਨਾਲ ਆਇਆ ਤਕਰੀਬਨ 2008 ਦੇ ਵਿੱਚ, 8-9 ਦਾ ਸਮਾਂ ਸੀ। ਤੇ ਜਦੋਂ ਪਾਕਿਸਤਾਨ ਨੇ ਕਾਫੀ ਵੱਡਾ ਇੱਕ ਆਪਰੇਸ਼ਨ ਕੀਤਾ ਸੀ ਅਫਗਾਨਿਸਤਾਨ ਦੇ ਵਿੱਚ, ਸਵਾਤ ਵੈਲੀ ਦੇ ਏਰੀਏ 'ਚ, ਉਦੋਂ ਤਕਰੀਬਨ ਉੱਥੇ 18,000 ਅਫਗਾਨੀ ਸਿੱਖ ਇੰਪੈਕਟ ਹੋਏ ਸੀ। ਉਹਨਾਂ ਦੇ ਘਰ ਵਗੈਰਾ ਤਬਾਹ ਹੋ ਗਏ ਸੀ, ਲੁੱਟ ਲਿਆ ਗਿਆ ਸੀ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ।
ਸੋ ਉਦੋਂ ਫਿਰ ਆਪਾਂ ਕਿਉਂਕਿ ਆਪਣਾ ਦਫ਼ਤਰ ਇੱਕ ਚੈਪਟਰ ਪਾਕਿਸਤਾਨ ਦੇ ਵਿੱਚ ਵੀ ਸੀ, ਸੋ ਫਿਰ ਉੱਥੋਂ ਫਿਰ ਆਪਾਂ ਉਹਨਾਂ ਦੀ ਰਾਈਟ ਵੇ ਮਦਦ ਸ਼ੁਰੂ ਕੀਤੀ, ਜਿਹਦੇ ਵਿੱਚ ਉਹਨਾਂ ਨੂੰ ਆਪਾਂ ਰਾਈਟ ਵੇ ਮੈਡੀਕਲ ਸੇਵਾਵਾਂ, ਉਹਨਾਂ ਦੇ ਖਾਣ ਪੀਣ ਦੇ ਪ੍ਰਬੰਧ ਤੇ ਜਾਂ ਉਹਨਾਂ ਦੇ ਲਈ ਹੋਰ ਮੁੜ ਵਸੇਬੇ ਦੇ ਜਿਹੜੇ ਪ੍ਰਬੰਧ ਨੇ ਉਹ ਆਪਾਂ ਕਰਨੇ ਸ਼ੁਰੂ ਕੀਤੇ। ਸੋ ਆਪਾਂ ਕਹਿ ਸਕਦੇ ਹਾਂ ਤਕਰੀਬਨ 14 ਸਾਲ ਦਾ ਇਹ ਟਾਈਮ ਹੋ ਗਿਆ ਜੀ ਜਦੋਂ ਤੋਂ ਯੂਨਾਈਟਿਡ ਸਿੱਖਸ ਅਫਗਾਨਿਸਤਾਨ ਦੇ ਵਿੱਚ ਆਪਣੇ ਭੈਣਾਂ ਭਰਾਵਾਂ ਲਈ ਕੰਮ ਕਰ ਰਹੀ ਹੈ ਜੀ। ਹੁਣ ਦੇਖਿਓ ਜਦੋਂ ਤਾਲਿਬਾਨ ਨੇ ਕਬਜ਼ਾ ਕੀਤਾ ਅਫਗਾਨਿਸਤਾਨ ਦੇ ਉੱਪਰ, ਉਦੋਂ ਆਪਾਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਕਿਸ ਤਰ੍ਹਾਂ ਗੁਰਦੁਆਰਿਆਂ ਦੇ ਵਿੱਚ ਭੰਨਤੋੜ ਹੋ ਰਹੀ ਸੀਗੀ, ਖਾਸ ਕਰਕੇ ਜਿਹੜੇ ਆਪਣੇ ਸਿੱਖ ਭਾਈਚਾਰੇ ਦੇ ਲੋਕ ਸੀਗੇ ਬੜੇ ਸਹਿਮੇ ਹੋਏ ਸੀਗੇ, ਉਹ ਆਪਣੇ ਘਰਾਂ ਨੂੰ ਛੱਡ ਕੇ ਇੱਕ ਜਗ੍ਹਾ 'ਤੇ ਇਕੱਤਰ ਹੋ ਰਹੇ ਸੀ ਗੁਰਦੁਆਰਿਆਂ ਦੇ ਵਿੱਚ। ਬਹੁਤ ਸਾਰੇ ਲੋਕ ਤਾਂ ਉੱਥੋਂ ਪਹਿਲਾਂ ਹੀ ਜਲਦੀ ਦੇ ਵਿੱਚ ਜਦੋਂ ਉੱਥੋਂ ਨਿਕਲ ਗਏ ਸੀਗੇ, ਉਹ ਆਪਦੇ ਗੁਆਂਢੀ ਦੇਸ਼ਾਂ ਦੇ ਵਿੱਚ, ਗੁਆਂਢੀ ਮੁਲਕਾਂ ਦੇ ਵਿੱਚ ਆਪਣੀ ਜਾਨ ਬਚਾ ਕੇ ਭੱਜ ਗਏ ਸੀ। ਬਹੁਤ ਸਾਰੇ ਲੋਕ ਜਿਹੜੇ ਭਾਰਤ ਦੇ ਵਿੱਚ ਵੀ ਚਲੇ ਗਏ ਸੀਗੇ। ਜਿਹੜੇ ਬਾਕੀ ਰਹਿ ਗਏ ਸੀਗੇ ਉਹਨਾਂ ਨੇ ਫਿਰ ਤੁਹਾਡੇ ਨਾਲ ਸੰਪਰਕ ਕੀਤਾ ਕਿ ਤੁਸੀਂ ਉਹਨਾਂ ਦੇ ਨਾਲ ਕੀਤਾ ਸੰਪਰਕ? ਉਹਨਾਂ ਨੇ ਵੀ ਸੰਪਰਕ ਕੀਤਾ ਕਿਉਂਕਿ ਆਪਾਂ ਤਾਂ ਪਹਿਲੇ ਉਹਨਾਂ ਨਾਲ ਸੰਪਰਕ 'ਚ ਸੀਗੇ ਜਿਹੜੇ ਉੱਥੋਂ ਮੇਨ, ਕਿਉਂਕਿ ਆਪਣਾ ਹੁੰਦਾ ਮੋਸਟਲੀ ਸਿੱਖਾਂ ਦਾ ਵੀ ਗੁਰਦੁਆਰੇ ਆਪਣਾ ਮੇਨ ਥੰਮ ਨੇ, ਉੱਥੋਂ ਦੇ ਗੁਰਦੁਆਰੇ ਦੇ ਜਿਹੜੇ ਪ੍ਰਧਾਨ ਜਾਂ ਮੁੱਖ ਸੇਵਾਦਾਰ ਉਹ ਆਪਣੇ ਸੰਪਰਕ 'ਚ ਸੀਗੇ। ਤੇ ਪਲੱਸ ਜਿਹੜਾ ਆਪਣਾ ਪਾਕਿਸਤਾਨ ਵਾਲਾ ਚੈਪਟਰ ਉਹਦੇ ਜਿਹੜੇ ਆਪਣੇ ਡਾਇਰੈਕਟਰ ਨੇ ਹਰਦਿਆਲ ਸਿੰਘ ਹੋਣੀ, ਉਹ ਉਹਨਾਂ ਦੇ ਨਾਲ ਪੂਰਾ ਰਾਬਤੇ 'ਚ ਰਹਿੰਦੇ ਸੀ। ਸੋ ਜਦੋਂ ਫਿਰ ਉੱਥੇ ਇਹ ਘਟਨਾਵਾਂ ਵਧੀਆਂ ਤੇ ਵਾਪਰਨੀਆਂ ਸ਼ੁਰੂ ਹੋਈਆਂ, ਜਦੋਂ ਉਹ ਉੱਥੋਂ ਦੇ ਲੋਕਾਂ ਦੀਆਂ ਉਹ ਸਟੋਰੀਜ਼ ਬਾਹਰ ਆਈਆਂ ਜਾਂ ਆਪਣੇ ਤੱਕ ਪਹੁੰਚੀਆਂ, ਤੇ ਫਿਰ ਯੂਨਾਈਟਿਡ ਸਿੱਖਸ ਨੇ ਆਪਾਂ ਕਹਿੰਦੇ ਵੀ ਪੂਰੀ ਜ਼ੋਰ ਦੇ ਨਾਲ, ਪੂਰੀ ਤਨਦੇਹੀ ਦੇ ਨਾਲ ਉੱਥੇ ਫਿਰ ਇਸ ਅਫਗਾਨਿਸਤਾਨ ਦੇ ਵਿੱਚ ਸਾਡੇ ਭੈਣਾਂ ਭਰਾਵਾਂ ਦੀ ਮਦਦ ਦੇ ਪ੍ਰੋਜੈਕਟ ਨੂੰ ਮੁੱਖ ਪ੍ਰੋਜੈਕਟ ਸਮਝਦੇ ਹੋਏ ਫਿਰ ਉੱਥੇ ਆਪਾਂ ਕਹਿ ਲਓ ਫੁੱਲ ਫਲੈਜ ਤੌਰ ਤੇ ਆਪਣਾ ਕੰਮ ਸਟਾਰਟ ਕਰਤਾ ਸੀ। ਜਦੋਂ ਤੁਹਾਡੀ ਉਹਨਾਂ ਦੇ ਨਾਲ ਗੱਲਬਾਤ ਹੋਈ ਜੀ ਅਫਗਾਨਿਸਤਾਨ ਦੇ ਸਿੱਖਾਂ ਦੇ ਨਾਲ, ਉਹਨਾਂ ਨੇ ਕੀ ਦੱਸਿਆ ਵੀ ਉਹਨਾਂ ਨੂੰ ਕਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਉੱਥੇ? ਹਾਂਜੀ ਚਮਕੌਰ ਸਿੰਘ ਜੀ, ਬੜਾ ਇਹ ਕਹਿ ਲਓ ਵੀ ਅੱਜ ਆਪਾਂ ਇਹਨਾਂ ਕੰਟਰੀਜ਼ ਦੇ ਵਿੱਚ ਬੈਠੇ ਆ ਜਿੱਥੇ ਸਾਰੀਆਂ ਸੁੱਖ ਸਹੂਲਤਾਂ ਨੇ, ਆਪਾਂ ਨੂੰ ਇੰਨੀ ਸੇਫਟੀ ਹੈ, ਸਿਕਿਉਰਿਟੀ ਹੈ। ਸੋ ਜਦੋਂ ਆਪਾਂ ਉਹਨਾਂ ਦੀਆਂ ਦਾਸਤਾਨ ਜਾਂ ਉਹਨਾਂ ਦੀ ਕਹਾਣੀਆਂ ਸੁਣਦੇ ਆ ਤਾਂ ਕਹਿ ਲਓ ਵੀ ਮਨ ਬੜਾ ਭਰ ਆਉਂਦਾ। ਇੱਕ ਆਪਾਂ ਕਹਿ ਲਓ ਸੱਚ ਵੀ ਨਹੀਂ ਹੁੰਦਾ ਵੀ ਅੱਜ ਦੇ ਯੁੱਗ ਵਿੱਚ ਜਦੋਂ ਕਹਿ ਲਓ ਵੀ ਮੀਡੀਆ ਇੰਨੀ ਤਰੱਕੀ ਕਰ ਗਿਆ, ਕੰਪਿਊਟਰ ਦਾ ਯੁੱਗ ਹੈ, ਸਾਰਾ ਕੁਛ ਹੈ, ਅੱਜ ਕਹਿ ਲਓ ਇਨਸਾਨ ਚੰਦ ਨੂੰ ਇੱਕ ਕਿਸਮ ਦਾ ਇੱਦਾਂ ਸਮਝ ਰਿਹਾ ਵੀ ਚੰਦ ਤੇ ਗਏ ਤੇ ਮੁੜੇ। ਤੇ ਉਹ ਅਫਗਾਨਿਸਤਾਨ ਦੇ ਵਿੱਚ ਜਦੋਂ ਉਹਨਾਂ ਦੀਆਂ ਸਟੋਰੀਆਂ ਸੁਣੀਆਂ ਕਿ ਧੀਆਂ ਭੈਣਾਂ ਬਾਹਰ ਨਹੀਂ ਜਾ ਸਕਦੀਆਂ, ਸਕੂਲ ਦੇ ਵਿੱਚ ਨਹੀਂ ਉਹ ਪੜ੍ਹ ਸਕਦੇ, ਤੇ ਮੋਸਟਲੀ ਜਿਹੜੀ ਸਾਡੀ ਅਫਗਾਨੀ ਕਮਿਊਨਿਟੀ ਹੈ ਉਹ ਬਿਜ਼ਨਸਮੈਨ ਕਮਿਊਨਿਟੀ ਹੈ। ਕਿਉਂਕਿ ਸਕੂਲ 'ਚ ਪੜ੍ਹਾਈ ਨਹੀਂ ਕਰ ਪਾਉਂਦੇ ਉਹ ਫਿਰ ਕੀ ਹੈ ਵੀ ਉਹ ਆਪਣਾ ਕੋਈ ਨਾ ਕੋਈ ਬਿਜ਼ਨਸ, ਕੋਈ ਕਿਸੇ ਨੇ ਕਰਿਆਨੇ ਦੀ ਦੁਕਾਨ ਖੋਲ ਲਈ, ਕਿਸੇ ਨੇ ਕੋਈ ਮੈਡੀਕਲ ਸਟੋਰ ਖੋਲ ਲਿਆ, ਜਾਂ ਕਿਸੇ ਨੇ ਕੋਈ ਹੋਰ ਆਪਣਾ ਦੁਕਾਨਦਾਰੀ ਦਾ ਕੰਮ ਸ਼ੁਰੂ ਕਰ ਲਿਆ। ਸੋ ਇਸ ਤਰ੍ਹਾਂ ਦੇ ਉਹਨਾਂ ਦੇ ਹਾਲਾਤ ਸੀ ਤੇ ਇਸ ਤਰ੍ਹਾਂ ਦੇ ਉਹ ਕੰਮਾਂ ਕਾਰਾਂ ਵਿੱਚ ਸੀ। ਤੇ ਜਦੋਂ ਉਹਨਾਂ ਨੇ ਦੱਸਣਾ ਕਿ ਸਾਨੂੰ ਤਾਂ ਜੀ ਇੱਥੇ ਰਹਿਣ ਦਾ ਟੈਕਸ ਦੇਣਾ ਪੈਂਦਾ, ਜਿਹਨੂੰ ਉਹ ਜਜ਼ੀਆ ਕਹਿੰਦੇ ਨੇ, ਤੇ ਹੋਰ ਤਾਂ ਹੋਰ ਵੀ ਸਾਨੂੰ ਬਾਹਰ ਜਦੋਂ ਅਸੀਂ ਜਾਂਦੇ ਹਾਂ ਤਾਂ ਸਾਨੂੰ ਬਾਂਹ ਤੇ ਇੱਕ ਪੱਟੀ ਬੰਨ੍ਹਣੀ ਪੈਂਦੀ ਹੈ ਤਾਂ ਕਿ ਅਸੀਂ ਦੂਸਰਿਆਂ ਨੂੰ ਆਇਡੈਂਟੀਫਾਈ ਹੋਈਏ ਕਿ ਭਾਈ ਅਸੀਂ ਇੱਥੇ ਮਾਈਨੋਰਟੀਜ਼ ਹਾਂ ਜਾਂ ਸਿੱਖ ਮਾਈਨੋਰਟੀਜ਼ ਹਾਂ। ਤੇ ਜੇ ਕੋਈ ਮੰਨ ਲਓ ਉਹ ਦੇਖਦੇ ਨੇ ਸਾਡੇ ਨਾਲ ਗੱਲ ਕਰ ਰਿਹਾ ਜਾਂ ਸਾਡੀ ਸ਼ਾਪ ਤੇ ਕੋਈ ਬੰਦੇ ਖੜਿਆਂ ਨੂੰ ਦੇਖਦੇ ਨੇ ਤਾਂ ਉਹ ਕਹਿੰਦੇ ਨੇ ਵੀ ਨਹੀਂ ਇਹ ਕਾਫਰ ਨੇ, ਇਹਨਾਂ ਨਾਲ ਤੁਸੀਂ ਵਰਤਣਾ ਨਹੀਂ, ਇਹਨਾਂ ਤੋਂ ਸਮਾਨ ਨਹੀਂ ਲੈਣਾ, ਇਹਨਾਂ ਨਾਲ ਮਿਲਣਾ ਵਰਤਣਾ ਨਹੀਂ। ਇੱਥੋਂ ਤੱਕ ਕਹਿੰਦੇ ਵੀ ਅਸੀਂ ਘਰ ਦੇ ਬਾਹਰ, ਕਿਉਂਕਿ ਜਿੱਦਾਂ ਆਪਣਾ ਕਹਿ ਲਓ ਵੀ ਆਪਾਂ ਨੂੰ ਆਪਣੇ ਖੂਨ 'ਚ ਹੀ ਹੈ ਕਿ ਆਪਾਂ ਪਾਣੀ ਛਕਾਉਣਾ ਜਾਂ ਲੰਗਰ ਲਾਉਣਾ। ਹੁਣ ਉੱਥੇ ਕਈ ਪਰਿਵਾਰਾਂ ਨੇ ਕੀ ਕੀਤਾ ਸੀ ਕਿ ਘਰ ਦੇ ਬਾਹਰ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਵੀ ਕਿਉਂਕਿ ਮੌਸਮ ਬਹੁਤ ਬੜਾ ਗਰਮ ਹੁੰਦਾ ਵੀ ਕੋਈ ਆਉਂਦਾ ਜਾਂਦਾ ਚਲੋ ਪਾਣੀ ਪੀ ਲੂ। ਕਹਿੰਦੇ ਉਹਨਾਂ ਨੇ ਪਾਣੀ ਵੀ ਨਾ ਪੀਣਾ, ਵੀ ਨਹੀਂ ਇਹ ਕਾਫਰਾਂ ਦਾ ਪਾਣੀ ਹੈ, ਅਸੀਂ ਇਹ ਵੀ ਨਹੀਂ ਪੀਣਾ। ਸੋ ਤੁਸੀਂ ਦੇਖੋ ਵੀ ਇੱਦਾਂ ਦੇ ਹਾਲਾਤਾਂ ਦੇ ਵਿੱਚ ਜਦੋਂ ਕਿ ਤੁਹਾਨੂੰ ਪਲ ਪਲ ਤੇ ਕਹਿ ਲਓ ਤੁਹਾਡੇ ਨਾਲ ਧੱਕਾ ਹੁੰਦਾ ਹੈ, ਤੁਹਾਡੇ ਨਾਲ ਮਤਭੇਦ ਹੁੰਦਾ ਹੈ, ਤੁਸੀਂ ਕਿਸੇ ਵੀ ਆਪਣੀ ਧੀ ਭੈਣ ਨੂੰ ਬਾਹਰ ਨਹੀਂ ਭੇਜ ਸਕਦੇ, ਤੁਸੀਂ ਆਪ ਨਹੀਂ ਬਾਹਰ ਜਾ ਸਕਦੇ, ਬੱਚੇ ਤੁਹਾਡੇ ਪੜ੍ਹ ਨਹੀਂ ਸਕਦੇ, ਬਿਜ਼ਨਸ ਤੁਹਾਡਾ ਚੱਲਣ ਨਹੀਂ ਦਿੱਤਾ ਜਾ ਰਿਹਾ ਹੈ। ਸੋ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਜਦੋਂ ਇਹ ਸਟੋਰੀਜ਼ ਪਤਾ ਲੱਗੀਆਂ, ਫਿਰ ਜਿੱਦਾਂ ਕਹਿ ਲਓ ਚਮਕੌਰ ਸਿੰਘ ਜੀ ਵੀ ਨੀਂਦ ਹਰਾਮ ਹੋਣ ਵਾਲੀ ਗੱਲ ਸੀ ਕਿ ਵੀ ਕਿੱਥੇ ਅਸੀਂ ਇੰਨੇ ਇੰਜੋਇਮੈਂਟ ਕਰ ਰਹੇ ਨੇ, ਵਧੀਆ ਦੇਸ਼ਾਂ ਦੇ ਵਿੱਚ ਬੈਠੇ ਹਾਂ, ਪਰ ਸਾਡੇ ਹੀ ਭੈਣ ਭਰਾ ਉੱਥੇ ਇਹੋ ਜਿਹੇ ਹਾਲਾਤ ਦੇ ਵਿੱਚ ਨੇ ਵੀ ਕਿਉਂ ਨਾ ਉਹਨਾਂ ਦੇ ਲਈ ਵੱਧ ਤੋਂ ਵੱਧ ਆਪਾਂ ਕੰਮ ਕਰੀਏ। ਉਦੋਂ ਆਪਣੇ ਕੈਨੇਡਾ ਸਰਕਾਰ ਦੇ ਨਾਲ ਵੀ ਆਪਣੇ ਜਿਹੜੇ
ਸਿੱਖ ਸੰਸਥਾਵਾਂ ਹੈਗੀਆਂ ਜੀ। ਉਹ ਸੰਪਰਕ ਦੇ ਵਿੱਚ ਸੀ ਕਿ ਜਿਹੜੇ ਅਫਗਾਨਿਸਤਾਨ ਦੇ ਸਿੱਖ ਨੇ ਉਹਨਾਂ ਨੂੰ ਕੈਨੇਡਾ ਲੈ ਕੇ ਆਂਦਾ ਜਾਵੇ। ਜੀ। ਹਰ ਰੋਜ਼ ਅਸੀਂ ਮੇਨ ਸਟਰੀਮ ਦੇ ਵਿੱਚ ਵੀ ਕੁਝ ਨਾ ਕੁਝ ਇੰਟਰਵਿਊਜ਼ ਆਉਂਦੀਆਂ ਸੀਗੀਆਂ। ਦੇਖੋ ਸੀਰੀਆ ਤੋਂ ਬਹੁਤ ਸਾਰੇ ਰਿਫਿਊਜੀ ਲੈ ਕੇ ਆਏ ਆ ਕੈਨੇਡਾ, ਹੈ ਨਾ। ਜੇ ਸਰਕਾਰ ਚਾਹੇ, ਪਤਾ ਵੀ ਜਿੱਥੇ ਕਿਤੇ ਜ਼ੁਲਮ ਹੋ ਰਿਹਾ, ਆਪਾਂ ਦੇਖੇ ਸੀਰੀਆ ਦੇ ਹਾਲਾਤ ਕੀ ਸੀਗੇ। ਉੱਥੋਂ ਕੈਨੇਡਾ ਸਰਕਾਰ ਨੇ ਆਪਣੇ ਜਹਾਜ਼ ਭੇਜੇ ਤੇ ਉੱਥੋਂ ਭਰ ਕੇ ਲੈ ਆਂਦੇ। ਮੇਰੇ ਖਿਆਲ 'ਚ 2 ਜਹਾਜ਼ ਉਦੋਂ ਭਰ ਕੇ ਲੈ ਕੇ ਆਏ ਸੀਗੇ। ਹਾਂਜੀ। ਤੇ ਕੀ ਕੈਨੇਡਾ ਸਰਕਾਰ ਦੇ ਨਾਲ ਉਦੋਂ ਕੋਈ ਗੱਲਬਾਤ ਤੁਹਾਡੀ ਚੱਲੀ ਸੀਗੀ? ਬਿਲਕੁਲ ਜੀ, ਬਹੁਤ ਸਾਰੀਆਂ ਮੀਟਿੰਗਸ, ਸਾਰੀਆਂ ਹੀ ਸੰਸਥਾਵਾਂ ਨੇ, ਜਿੰਨੀਆਂ ਵੀ ਸੰਸਥਾਵਾਂ ਕੈਨੇਡਾ ਦੇ ਵਿੱਚ ਕੰਮ ਕਰ ਰਹੀਆਂ ਨੇ, ਸਾਰਿਆਂ ਨੇ ਅਪਰੋਚ ਕੀਤੀ, ਮੀਟਿੰਗਸ ਕੀਤੀਆਂ, ਇਹਨਾਂ ਨੂੰ ਦੱਸਿਆ, ਇਹਨਾਂ ਨੂੰ ਪੁੱਛਿਆ ਕਿ ਭਾਈ ਇੱਕ ਤਾਂ ਦੇਖੋ ਵੀ ਸਾਡੇ ਇੰਨੇ MPs ਸਰਕਾਰ ਦੇ ਵਿੱਚ ਨੇ, ਇੱਥੋਂ ਤੱਕ ਡਿਫੈਂਸ ਮਿਨਿਸਟਰ ਸਾਡਾ, ਹੋਰ ਮਿਨਿਸਟਰੀਆਂ ਤੇ ਸਾਡੇ ਪੰਜਾਬੀ ਜਾਂ ਸਿੱਖ ਭਰਾ ਬੈਠੇ ਨੇ, ਵੀ ਜੇ ਤੁਸੀਂ ਹੋਰਾਂ ਨੂੰ ਲਿਆ ਸਕਦੇ ਹੋ ਤਾਂ ਉੱਥੇ ਸਾਡਿਆਂ ਨੂੰ ਵੀ ਲੈ ਆਓ। ਤੇ ਪਰ ਚਮਕੌਰ ਸਿੰਘ ਜੀ, ਜਿੱਦਾਂ ਬੜਾ ਇਹ ਕਹਿ ਲਓ ਵੀ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਇੰਨੇ ਸਾਡੇ MPs ਹੁੰਦੇ ਆ, ਮਿਨਿਸਟਰਸ ਹੁੰਦੇ ਆ, ਸਾਡੀ ਆਪਣੀ ਸਰਕਾਰ ਹੁੰਦੇ ਆ, ਸਾਡੇ ਆਪਣੇ ਦੇਸ਼ ਦੇ ਵਿੱਚ ਕਹਿ ਲਓ ਕੋਈ ਤਸੱਲੀ ਬਖਸ਼ ਸਾਨੂੰ ਹੁੰਗਾਰਾ ਜਾਂ ਕੋਈ ਰਿਸਪੌਂਸ ਕੈਨੇਡੀਅਨ ਸਰਕਾਰ ਵੱਲੋਂ ਨਹੀਂ ਮਿਲਿਆ। ਹਾਂ, ਸਿਰਫ ਜਿੱਦਾਂ ਕਹਿ ਲਓ ਆਪਾਂ ਲਾਰੇ ਲੱਪੇ, ਹਾਂਜੀ ਕਰਾਂਗੇ, ਦੇਖਦੇ ਹਾਂ, ਮੀਟਿੰਗ ਕਰਦੇ ਹਾਂ, ਬਸ ਇਹੀ ਕੁਛ ਕਹਿ ਲਓ ਵੀ ਸਾਨੂੰ ਜਵਾਬ ਮਿਲੇ। ਸੋ ਇਸੇ ਕਰਕੇ ਫਿਰ ਕਿੰਨਾ ਕੁ ਚਿਰ ਅਸੀਂ ਇਹਨਾਂ ਦਾ ਇੰਤਜ਼ਾਰ ਕਰ ਸਕਦੇ ਸੀ। ਸੋ ਜਿਹੜੀ ਸਾਡੀ ਲਾਸਟ ਮੀਟਿੰਗ ਹੈ ਉਹ ਸਾਡੀ ਹੋਈ ਸੀ ਪਿਛਲੇ ਸਾਲ ਜੂਨ ਦੇ ਵਿੱਚ, ਜਿਹੜੀ ਕਿ ਕਿਉਂਕਿ ਕੋਵਿਡ ਕਰਕੇ ਉਹ ਸਾਡੀ ਵਰਚੁਅਲ ਮੀਟਿੰਗ ਸੀ। ਜਿਹੜੀ ਇਹਨਾਂ ਦੀ ਹੈਗੀ ਹੈ ਸਬ ਕਮੇਟੀ ਹੈ ਔਨ ਇੰਟਰਨੈਸ਼ਨਲ ਹਿਊਮਨ ਰਾਈਟਸ ਤੇ ਕੈਨੇਡਾ ਦੀ। ਸੋ ਉਹਦੇ ਵਿੱਚ ਤਕਰੀਬਨ 7-8 MP ਸੀਗੇ ਤੇ ਹੋਰ ਸਟਾਫ ਸੀ ਤੇ ਆਪਣੀਆਂ ਸਿੱਖਾਂ ਦੀਆਂ 3 ਸੰਸਥਾਵਾਂ, ਜਿਹਦੇ ਵਿੱਚ ਭੁੱਲਰ ਫਾਊਂਡੇਸ਼ਨ ਹੈ, ਯੂਨਾਈਟਿਡ ਸਿੱਖਸ ਹੈ, WSO ਆ। ਅਸੀਂ ਉੱਥੇ ਸਾਰਿਆਂ ਨੇ ਪਹਿਲਾਂ ਅਸੀਂ ਇੱਥੋਂ ਤੱਕ ਹੋਇਆ ਕਿ ਉਸ ਮੀਟਿੰਗ ਨੂੰ ਅਸੀਂ ਜ਼ਿਆਦਾ ਪਾਵਰਫੁਲ ਬਣਾਉਣ ਲਈ ਅਸੀਂ ਆਰਗੇਨਾਈਜੇਸ਼ਨ ਨੇ ਆਪਸ ਦੇ ਵਿੱਚ ਪਹਿਲਾਂ ਗੱਲਬਾਤ ਕੀਤੀ। ਮੈਂ ਖੁਦ ਬਲਜੀਤ ਉਹਨਾਂ ਨਾਲ WSO ਦੇ ਨਾਲ ਗੱਲ ਕੀਤੀ। ਮੈਂ ਕਿਹਾ ਵੀ ਆਪਾਂ ਇਸ ਤਰ੍ਹਾਂ ਇਹ ਜਿਹੜੀ ਮੀਟਿੰਗ ਹੋ ਰਹੀ ਹੈ, ਆਪਾਂ ਪੂਰਾ ਪ੍ਰੈਸ਼ਰ ਜ਼ੋਰ ਪਾਉਣਾ ਵੀ ਆਪਾਂ ਪਹਿਲਾਂ ਆਪਸ ਵੀ ਤੁਸੀਂ ਕਿਹੜੇ ਟੌਪਿਕ ਤੇ ਗੱਲ ਕਰਨੀ ਆ, ਅਸੀਂ ਕਿਹੜੇ ਤੇ ਕਰਨੀ ਆ, ਭੁੱਲਰ ਉਹਨਾਂ ਨੇ ਕਿਹੜੇ ਤੇ ਕਰਨੀ ਆ। ਸੋ ਇਸ ਤਰੀਕੇ ਨਾਲ ਪ੍ਰੋਪਰਲੀ ਅਸੀਂ ਕੇਸ ਟੇਬਲ ਤੇ ਰੱਖਿਆ, ਉਹਨਾਂ ਨੂੰ ਸਾਰੀ ਗੱਲ ਸਮਝਾਈ, ਸਿਚੁਏਸ਼ਨ ਦੱਸੀ। ਤੇ ਪਰ ਫਿਰ ਵੀ ਤੁਸੀਂ ਦੇਖ ਲਓ ਵੀ ਜੂਨ ਤੋਂ ਬਾਅਦ ਇਲੈਕਸ਼ਨਸ ਵੀ ਹੋਈਆਂ, ਨਵੀਂ ਸਰਕਾਰ ਵੀ ਆ ਗਈ ਤੇ ਹਾਲਾਤ ਉਹੀ ਜਵਾਬ ਤੇ ਉਹੀ ਆਨਸਰ ਤੇ ਹਾਲਾਤ ਉੱਥੇ ਦੇ ਉੱਥੇ ਸੀ। ਜਦੋਂ ਕੈਨੇਡਾ ਸਰਕਾਰ ਨੇ ਕੋਈ ਨਾ ਗੱਲਬਾਤ ਸੁਣੀ, ਨਹੀਂ ਬਾਂਹ ਫੜੀ, ਉਸ ਤੋਂ ਬਾਅਦ ਫਿਰ ਤੁਸੀਂ ਕੀ ਫੈਸਲਾ ਕੀਤਾ? ਫਿਰ ਜੀ ਹਾਰ ਕੇ ਅਸੀਂ ਤਕਰੀਬਨ ਕਹਿ ਲਓ ਵੀ 2-3 ਮਹੀਨੇ ਪਹਿਲਾਂ ਫਿਰ ਅਸੀਂ ਹੋਰ ਦੂਸਰੇ ਕੰਟਰੀਜ਼ ਨੂੰ ਅਪਰੋਚ ਕਰਨੀ ਸ਼ੁਰੂ ਕਰਤੀ, ਜਿਹਦੇ ਵਿੱਚ ਅਸੀਂ ਤਕਰੀਬਨ 50 ਤੋਂ 52 ਕੰਟਰੀਜ਼ ਨੂੰ ਸੰਪਰਕ ਕੀਤਾ ਈਮੇਲਸ ਦੇ ਰਾਹੀਂ, ਉਹਨਾਂ ਦੇ ਅਫੀਸ਼ੀਅਲਸ ਦੇ ਨਾਲ ਗੱਲਬਾਤ ਕੀਤੀ, ਉਹਨਾਂ ਨੂੰ ਸਾਰੀ ਸਿਚੁਏਸ਼ਨ ਦੱਸੀ ਅਫਗਾਨਿਸਤਾਨ ਦੀ, ਜੋ ਅੰਕੜਿਆਂ ਦੇ ਹਿਸਾਬ ਦੇ ਨਾਲ ਵੀ ਉੱਥੇ ਪਹਿਲਾਂ ਕੀ ਸਿਚੁਏਸ਼ਨ ਸੀ, ਅੱਜ ਉੱਥੇ ਕੀ ਸਿਚੁਏਸ਼ਨ ਹੈ। ਤੇ ਹੁਣ ਜਿਹੜੇ ਉਹ ਅਫਗਾਨੀ ਮਾਈਨੋਰਟੀਜ਼ ਨੇ, ਸਾਡੇ ਭੈਣ ਭਰਾ ਨੇ, ਉਹ ਕਿਸ ਤਰ੍ਹਾਂ ਟੈਂਪਰੇਰੀ ਬੇਸ ਤੇ ਅੱਜ ਇੰਡੀਆ ਦੇ ਵਿੱਚ ਰਹਿ ਰਹੇ ਨੇ ਤੇ ਉੱਥੇ ਵੀ ਉਹਨਾਂ ਦੇ ਹਾਲਾਤ। ਅੱਛਾ, ਉਹ ਜਾਣੀ ਕਿ ਅਫਗਾਨਿਸਤਾਨ ਛੱਡ ਚੁੱਕੇ ਸਾਰੇ? ਨਹੀਂ ਜੀ, ਅਜੇ ਆਪਣੇ ਉੱਥੇ ਤਕਰੀਬਨ 100 ਦੇ ਕਰੀਬ ਆਪਣੇ ਕਮਿਊਨਿਟੀ ਮੈਂਬਰ ਹੈਗੇ ਨੇ ਅਫਗਾਨਿਸਤਾਨ ਦੇ ਵਿੱਚ। ਹਾਂਜੀ, 100 ਤੋਂ 150 ਦਾ ਅੰਕੜਾ ਹੈਗਾ। ਤੇ ਬਾਕੀ ਇੰਡੀਆ ਸਾਰੇ, ਹਾਂਜੀ, ਉਹ ਆਪਣੇ ਇੰਡੀਆ ਦੇ ਵਿੱਚ। ਕਿੰਨੇ ਕੁ ਸਿੱਖ ਜਿਹੜੇ ਇੰਡੀਆ ਜਾ ਚੁੱਕੇ? ਇਕੱਲੇ ਸਿੱਖ ਹੀ ਕਿ ਹੋਰ? ਨਹੀਂ, ਹਿੰਦੂ ਸਿੱਖ ਮਾਈਨੋਰਟੀਜ਼। ਹਾਂਜੀ, ਤਕਰੀਬਨ ਤੁਸੀਂ ਕਹਿ ਲਓ ਵੀ 600 ਦੇ ਕਰੀਬ ਜਿਹੜੇ ਇਹ ਪਰਿਵਾਰਕ ਮੈਂਬਰ ਨੇ ਇਸ ਟਾਈਮ ਆਪਣੇ ਇੰਡੀਆ ਦੇ ਵਿੱਚ ਸ਼ਿਫਟ ਕਰ ਗਏ ਸੀ ਟੈਂਪਰੇਰੀ ਤੌਰ ਤੇ ਜੀ, ਕਿਉਂਕਿ ਰਾਈਟ ਵੇ ਉੱਥੋਂ ਨਿਕਲਣਾ ਜ਼ਰੂਰੀ ਸੀ। ਜਿਸ ਤਰ੍ਹਾਂ ਬੰਬ ਬਲਾਸਟ ਹੋ ਰਹੇ ਸੀ, ਉਹਨਾਂ ਨੂੰ ਅਗਵਾ ਕਰਕੇ ਫਰੌਤੀਆਂ ਮੰਗੀਆਂ ਜਾ ਰਹੀਆਂ ਸੀ, ਉਹਨਾਂ ਦੇ ਸਿਰ ਕਲਮ ਕੀਤੇ ਜਾ ਰਹੇ ਸੀ, ਉਹਨਾਂ ਨੂੰ ਸ਼ਰੇਆਮ ਗੋਲੀਆਂ ਮਾਰੀਆਂ ਜਾ ਰਹੀਆਂ ਸੀ। ਫਿਰ ਉਹਨਾਂ ਨੂੰ ਫਟਾਫਟ ਕਹਿ ਲਓ ਵੀ ਇੰਡੀਆ ਦੇ ਵਿੱਚ, ਕੁਝ ਪਰਿਵਾਰ ਪਾਕਿਸਤਾਨ ਦੇ ਵਿੱਚ ਵੀ ਰਹੇ ਤੇ ਪਰ ਜ਼ਿਆਦਾਤਰ ਇੰਡੀਆ ਦੇ ਵਿੱਚ ਸ਼ਿਫਟ ਹੋਏ। ਫਿਰ ਜਦੋਂ ਅਸੀਂ ਇਹਨਾਂ ਸਰਕਾਰਾਂ ਨੂੰ ਇਹ ਸਾਰਾ ਕੁਝ ਕਹਿ ਲਓ ਹਾਲਾਤ ਦੱਸੇ ਤੇ ਉਹਦੇ ਵਿੱਚੋਂ ਫਿਰ ਚਮਕੌਰ ਸਿੰਘ ਜੀ ਆਪਾਂ ਨੂੰ ਮੈਕਸੀਕੋ ਦੀ ਸਰਕਾਰ ਨੇ ਕਹਿ ਲਓ ਵੀ ਰਿਪਲਾਈ ਕੀਤਾ। ਉਹਨਾਂ ਨੇ ਕਹਿ ਲਓ ਵੀ ਬਾਂਹ ਫੜੀ ਸਿੱਖ ਕੌਮ ਦੀ, ਸਾਡੇ ਅਫਗਾਨੀ ਭੈਣਾਂ ਭਰਾਵਾਂ ਦੀ। ਸੋ ਉਹਨਾਂ ਨੇ ਇਹ ਫੈਸਲਾ ਲਿਆ ਕਿ ਅਸੀਂ ਤੁਹਾਨੂੰ 141 ਵੀਜ਼ੇ ਦਿੰਦੇ ਹਾਂ ਤੇ ਤੁਸੀਂ ਆਪਣੇ ਚਾਹੇ ਅਫਗਾਨਿਸਤਾਨ ਤੋਂ ਜਾਂ ਇੰਡੀਆ ਤੋਂ ਤੁਸੀਂ ਜਿਹੜੇ ਉਹ ਭੈਣ ਭਰਾ ਨੇ ਉਹਨਾਂ ਨੂੰ ਤੁਸੀਂ ਮੈਕਸੀਕੋ ਵਿੱਚ ਲਿਆ ਸਕਦੇ ਹੋ।
ਅੱਛਾ, ਹੋਰ ਕਿਹੜੇ ਕੰਟਰੀਆਂ ਦੇ ਨਾਲ ਤੁਸੀਂ 50-52 ਕੰਟਰੀ ਮੇਨ ਕਿਹੜੇ ਕੰਟਰੀ ਸੀਗੇ ਜਿੰਨੇ ਤਾਂ ਆਪਣੇ ਸਾਰੇ ਮੇਨ ਯੂਰਪ ਦੇ? ਹਾਂਜੀ, ਯੂਰਪ ਦੇ ਹੋ ਗਏ, ਆਪਣੇ ਏਸ਼ੀਆ ਦੇ ਹੋ ਗਏ, ਸਾਰੇ ਕੰਟਰੀਆਂ, ਈਵਨ ਰਸ਼ੀਆ ਵੀ ਹੋ ਗਿਆ ਤੇ ਸਿੰਗਾਪੁਰ ਵਗੈਰਾ, ਹੋਰ ਸਾਰੇ ਕੰਟਰੀਜ਼, ਈਵਨ ਮੁਸਲਿਮ ਕੰਟਰੀਜ਼ ਨੂੰ ਵੀ ਆਪਾਂ ਅਪਰੋਚ ਕੀਤੀ। ਪਰ ਉਹਦੇ ਵਿੱਚੋਂ ਅਜੇ ਤੱਕ ਹੋ ਸਕਦਾ, ਕਿਉਂਕਿ ਤੁਹਾਨੂੰ ਪਤਾ ਵੀ ਕੋਵਿਡ ਕਰਕੇ ਜਾਂ ਅਜੇ ਰੀਸੈਂਟਲੀ ਆਪਣਾ ਇਹ ਗਿਆ ਤੇ ਸਾਰਾ ਪ੍ਰੋਸੈਸ ਸਲੋ ਹੋਇਆ ਹੋ ਸਕਦਾ ਹੋਰ ਵੀ 1-2 ਕੰਟਰੀ ਅੱਗੇ ਆ ਜਾਣ, ਉਹ ਵੀ ਆਪਾਂ ਨੂੰ ਅਪਰੋਚ ਕਰਨ। ਪਰ ਅਜੇ ਜਿਹੜਾ ਸਭ ਤੋਂ ਪਹਿਲਾਂ ਜਿਹੜੀ ਰਿਪਲਾਈ ਆਇਆ, ਜਵਾਬ ਆਇਆ, ਉਹ ਆਪਣਾ ਮੈਕਸੀਕੋ ਗਵਰਨਮੈਂਟ ਵੱਲੋਂ। ਇਹ ਪ੍ਰੋਸੈਸ ਕਦੋਂ ਸਟਾਰਟ ਕੀਤਾ ਸੀ ਜਦੋਂ ਦੂਜੇ ਕੰਟਰੀਆਂ ਨੂੰ ਅਪਰੋਚ ਕਰਨ ਦੀ ਤੁਸੀਂ ਕੋਸ਼ਿਸ਼ ਕੀਤੀ? ਇਹ ਤਕਰੀਬਨ 3 ਮਹੀਨੇ ਪਹਿਲਾਂ ਜੀ। 3 ਮਹੀਨੇ ਪਹਿਲਾਂ ਆਪਾਂ ਸਟਾਰਟ। ਤੇ ਮੈਕਸੀਕੋ ਨੇ ਕਦੋਂ ਰਿਪਲਾਈ ਕੀਤਾ ਉਹਦਾ? ਮੈਕਸੀਕੋ ਦਾ ਰਿਪਲਾਈ ਆਪਾਂ ਨੂੰ ਜਨਵਰੀ ਦੇ ਵਿੱਚ ਪਿਛਲੇ ਮਹੀਨੇ ਆ ਗਿਆ ਸੀ, ਜਨਵਰੀ ਦੇ ਸ਼ੁਰੂ ਦੇ ਵਿੱਚ, ਦਸੰਬਰ ਦੇ ਐਂਡ, ਜਨਵਰੀ ਦੇ ਸ਼ੁਰੂ, ਯਾਨੀ ਕਿ ਮਹੀਨੇ ਕੁ ਬਾਅਦ ਉਹਨਾਂ ਨੇ ਰਿਸਪੌਂਸ ਦਿੱਤਾ ਸੀ। ਅੱਛਾ, ਕੀ ਕਿਹਾ ਫਿਰ ਮੈਕਸੀਕੋ ਦੀ ਗਵਰਨਮੈਂਟ ਨੇ? ਉਹਨਾਂ ਨੇ ਇਹੀ ਕਿਹਾ ਕਿ ਪਹਿਲਾਂ ਤਾਂ ਉਹਨਾਂ ਨੇ ਜਿੱਦਾਂ ਕਹਿ ਲਓ ਵੀ ਬੜਾ ਉਹਨਾਂ ਨੇ ਐਕਚੁਅਲੀ ਮੀਟਿੰਗ ਕੀਤੀ ਆਪਣੇ ਅਫੀਸ਼ੀਅਲਸ ਦੇ ਨਾਲ ਮੈਕਸੀਕੋ ਦੇ ਵਿੱਚ, USA ਦੇ ਵਿੱਚ ਜਿਹੜੇ ਉਹਨਾਂ ਦੇ ਅਫੀਸ਼ੀਅਲ ਸੀਗੇ, ਤੇ ਉੱਥੇ ਆਪਣੀ ਮੀਟਿੰਗ ਹੋਈ ਉਹਨਾਂ ਦੇ ਨਾਲ। ਉਹਨਾਂ ਨੇ ਆਪਣੇ ਨਾਲ ਬੜਾ ਕਹਿ ਲਓ ਵੀ ਦੁੱਖ ਸਾਂਝਾ ਕੀਤਾ ਵੀ ਇਦਾਂ ਦੇ ਵੀ ਹਾਲਾਤ ਨੇ, ਵੀ ਸਾਨੂੰ ਤਾਂ ਪਤਾ ਨਹੀਂ ਸੀ, ਵੀ ਹਾਂ ਥੋੜੀ ਬਹੁਤੀ ਅਸੀਂ ਨਿਊਜ਼ ਸੁਣਦੇ ਸੀ ਵੀ ਅਫਗਾਨਿਸਤਾਨ 'ਚ ਆ ਹੋ ਗਿਆ ਵੀ, ਪਰ ਸਾਨੂੰ ਡੀਪਲੀ ਨਹੀਂ ਸੀ ਪਤਾ ਵੀ ਜਿਸ ਤਰ੍ਹਾਂ ਤੁਸੀਂ ਸਾਨੂੰ ਸਾਰੀਆਂ ਸਟੋਰੀਜ਼ ਦੱਸੀਆਂ। ਤੇ ਉਹ ਕਹਿੰਦੇ ਵੀ ਨਹੀਂ, ਅਸੀਂ ਜ਼ਰੂਰ ਤੁਹਾਡੀ ਵੀ ਮਦਦ ਕਰਨੀ ਚਾਹੁੰਦੇ, ਵੀ ਦੱਸੋ ਕਿਸ ਤਰੀਕੇ ਨਾਲ ਮਦਦ ਹੋ ਸਕਦੀ ਹੈ। ਫਿਰ ਅਸੀਂ ਉਹਨਾਂ ਨੂੰ ਦੱਸਿਆ ਕਿ ਸਾਨੂੰ ਤਾਂ ਮੇਨ ਜਿਹੜੇ ਸਾਡੇ ਪਰਿਵਾਰ ਨੇ ਉਹਨਾਂ ਦਾ ਕੋਈ ਉੱਥੇ ਗੁਜ਼ਰ ਬਸਰ ਨਹੀਂ ਹੋ ਰਿਹਾ, ਬੱਚਿਆਂ ਦੀ ਉਹਨਾਂ ਦੀ ਪੜ੍ਹਾਈ ਨਹੀਂ ਹੋ ਰਹੀ, ਈਵਨ ਇੰਡੀਆ ਦੇ ਵਿੱਚ ਵੀ ਕੋਈ ਉਹਨਾਂ ਦੀ ਆਈਡੀਜ਼ ਨਹੀਂ ਬਣ ਰਹੀਆਂ, ਮੈਡੀਕਲ ਸਹੂਲਤਾਂ ਦੀ ਪ੍ਰੋਬਲਮ ਹੈ, ਤੇ ਹੋਰ ਖਾਣ ਪੀਣ ਦੀ ਪ੍ਰੋਬਲਮ ਹੈ, ਕਿਉਂਕਿ ਉਹ ਬਿਜ਼ਨਸਮੈਨ, ਜੌਬ ਉਹ ਕੋਈ ਕਰ ਨਹੀਂ ਸਕਦੇ ਕਿਉਂਕਿ ਪੜ੍ਹੇ ਨਹੀਂ, ਬਿਜ਼ਨਸ ਕਰ ਸਕਦੇ ਨੇ। ਬਿਜ਼ਨਸ ਇੱਕ ਤਾਂ ਵੈਸੇ ਹੀ ਕੋਵਿਡ ਕਰਕੇ ਬੜਾ ਕਹਿ ਲਓ ਇਫੈਕਟ ਹੋਏ ਨੇ, ਤੇ ਦੂਸਰਾ ਅਜੇ ਕਿਉਂਕਿ ਉਹਨਾਂ ਦੀ ਕੋਈ ਆਈਡੀ ਨਹੀਂ, ਤੇ ਉੱਥੇ ਬੜਾ ਮੁਸ਼ਕਿਲ ਹਾਲਾਤ ਨੇ ਭਾਰਤ ਦੇ ਵਿੱਚ, ਦਿੱਲੀ ਦੇ ਵਿੱਚ ਖਾਸ ਤੌਰ। ਉਹ ਸਾਰੇ ਹੁਣ ਇੱਕ ਜਗ੍ਹਾ ਜਿਵੇਂ ਜਿੱਥੇ ਸ਼ਰਨਾਰਥੀ ਹੁੰਦੇ ਆ, ਉਹ ਉਸ ਤਰ੍ਹਾਂ ਰਹਿ ਰਹੇ ਆ ਜਾਂ ਆਪਣੇ ਕਿਸੇ ਰਿਸ਼ਤੇਦਾਰ ਕੋਲੇ ਇੰਡੀਆ ਦੇ ਵਿੱਚ, ਜਾਂ ਕਿਵੇਂ? ਕਿਉਂਕਿ ਜ਼ਿਆਦਾਤਰ ਕਿਉਂਕਿ ਇਹਨਾਂ ਜੇ ਆਪਾਂ ਦੇਖੀਏ ਜਿਹੜੇ ਆਪਣੇ ਭੈਣ ਭਰਾ ਨੇ ਅਫਗਾਨਿਸਤਾਨ, ਉਹਨਾਂ ਦੀਆਂ ਜੜ੍ਹਾਂ ਜਾਂ ਰਿਸ਼ਤੇਦਾਰੀਆਂ ਭਾਰਤ ਦੇ ਵਿੱਚ ਬਹੁਤ ਨੇ। ਸੋ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਆਪਣੇ ਰਿਸ਼ਤੇਦਾਰਾਂ ਦੇ ਕੋਲ, ਕੋਈ ਕਿਸੇ ਮਾਸੀ ਕੋਲ, ਕੋਈ ਭੈਣ ਕੋਲ, ਕੋਈ ਭਰਾ ਕੋਲ, ਭੂਆ ਫੁੱਫੜ ਕੋਲ, ਇਸ ਤਰੀਕੇ ਦੇ ਨਾਲ ਰਹਿ ਰਹੇ ਨੇ। ਤੇ ਕੁਝ ਕੁ ਨੇ ਜਿਹੜੇ ਥੋੜ੍ਹੀਆਂ ਜਿਹੀਆਂ ਫੈਮਿਲੀ ਜਿਹਨਾਂ ਦਾ ਕੋਈ ਨਹੀਂ ਸੀ, ਉਹਨਾਂ ਨੂੰ ਫਿਰ ਆਪਾਂ ਉੱਥੇ ਠਹਿਰਾਇਆ। ਤੇ ਫਿਰ ਜਦੋਂ ਉਹਨਾਂ ਨੇ ਫਿਰ ਇਹ ਸਾਰੇ ਸਿਚੁਏਸ਼ਨ ਜਦੋਂ ਦੇਖੀ, ਫਿਰ ਉਹਨਾਂ ਨੇ ਕਿਹਾ ਵੀ ਠੀਕ ਆ, ਵੀ ਅਸੀਂ ਤੁਹਾਡੇ 120 ਹੋ ਸਕਦਾ ਜਦੋਂ ਆਪਣੇ 141 ਆ ਜਾਂਦੇ ਨੇ ਹੋਰ ਵੀ ਆਪਾਂ ਨੂੰ ਉਹ ਦੇ ਸਕਦੇ ਨੇ, ਪਰ ਉਹਨਾਂ ਨੇ ਆਰਜੀ ਫਸਟ ਸਟੈਪ ਦੇ ਵਿੱਚ ਆਪਾਂ ਨੂੰ 141 ਵੀਜ਼ੇ ਕਹਿ ਲਓ ਵੀ ਉਹਨਾਂ ਨੇ ਆਪਾਂ। ਅੱਛਾ, ਮੈਕਸੀਕੋ ਦੀ ਸਰਕਾਰ ਨੇ ਹੁਣ 141 ਜਣਿਆਂ ਨੂੰ, ਅੱਛਾ ਉਹ ਲਿਸਟ ਨਹੀਂ, ਉਹ ਲਿਸਟ ਤੁਸੀਂ ਦਿੱਤੀ ਉਹਨਾਂ ਨੂੰ ਵੀ? ਉਹ ਆਪਾਂ ਦੇਣੀ ਹੈ, ਉਹ ਜਿਵੇਂ ਆਪਾਂ ਉਹਨਾਂ ਨੂੰ ਲਿਸਟ ਦੇਵਾਂਗੇ ਤਿਵੇਂ ਉਹ ਉਹਨਾਂ ਨੂੰ ਪੇਪਰ ਵੀਜ਼ੇ ਦਾ ਦਿੰਦੇ ਨੇ। ਤੇ ਪਰ 141 ਉਹਨਾਂ ਨੇ ਆਪਾਂ ਨੂੰ ਅਪਰੂਵ ਕਰਤਾ ਵੀ ਅਸੀਂ 141 ਲਿਆਵਾਂਗੇ, ਜਿਹਦੇ ਵਿੱਚੋਂ ਕਹਿ ਲਓ ਵੀ ਹੁਣ ਆਪਾਂ 5 ਜਣਿਆਂ ਦੀ ਫਾਈਲ ਲਾਈ ਸੀ ਪਹਿਲਾਂ, ਕਿਉਂਕਿ ਆਪਣੇ ਲਈ ਵੀ ਇਹ ਪ੍ਰੋਸੈਸ ਨਵਾਂ ਸੀ ਵੀ ਇਸ ਤਰੀਕੇ ਨਾਲ ਕਿਸ ਤਰ੍ਹਾਂ ਆ ਸਕਦੇ ਨੇ ਜਾਂ ਕਿਵੇਂ ਆ। ਤੇ ਫਿਰ ਆਪਾਂ 5 ਜਣਿਆਂ ਦੀ ਤਿਆਰੀ ਕਰਵਾਈ, 5 ਦੇ ਵਿੱਚੋਂ 2 ਜਣੇ ਜਿੱਦਾਂ ਕਰ ਉਹਨਾਂ ਦੀ ਫਾਈਲ ਸਕਸੈਸਫੁਲੀ ਜਿੱਦਾਂ ਹੋ ਗਈ, ਤੇ ਉਹ 2 ਜਣੇ ਆਪਣੇ ਕਹਿ ਲਓ ਵੀ ਪਿਛਲੇ ਹਫ਼ਤੇ ਪਹੁੰਚੇ ਆ ਜੀ। ਜਿਹੜੇ ਸਿੰਘ ਇੱਥੇ ਪਹੁੰਚੇ ਉਹਨਾਂ ਦੀ ਵੀ ਆਪਾਂ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਜਾਣਨ ਦੀ ਕੋਸ਼ਿਸ਼ ਕਰਾਂਗਾ, ਜਿਵੇਂ ਤੁਸੀਂ ਗੱਲ ਕੀਤੀ ਵੀ 600 ਦੇ ਕਰੀਬ ਉੱਥੇ ਫੈਮਿਲੀ ਹੈ ਜਿਹੜੀ ਇੰਡੀਆ ਜਾਣੀ ਕਿ 600 ਦੇ ਕਰੀਬ ਜਾਣੇ ਉੱਥੇ ਪੀਪਲ ਆ ਗਏ ਹੈ। ਉਹਨਾਂ ਦੇ ਵਿੱਚ ਫਿਰ ਤੁਸੀਂ ਸਿਲੈਕਟ ਕਿਵੇਂ ਕਰੋਗੇ 141 ਜਾਣੇ? ਉਹਦੇ ਵਿੱਚ ਇਹੀ ਦੇਖ ਰਹੇ ਹਾਂ ਵੀ ਕਿਹੜੇ ਨੇ ਜਿਹੜੇ ਜ਼ਿਆਦਾਤਰ ਅਫੈਕਟਡ ਨੇ, ਜਿਨ੍ਹਾਂ ਨੂੰ ਰਾਈਟ ਵੇ ਲੋੜ ਹੈ, ਤੇ ਜਾਂ ਥੋੜਾ ਬਹੁਤਾ ਜਿਹੜੇ ਉੱਥੇ ਉਹਨਾਂ ਦਾ ਗੁਜ਼ਰ ਬਸਰ ਚੱਲ ਰਿਹਾ ਉਹ ਸੈਟਲਡ ਨੇ, ਹੋ ਸਕਦੇ ਨੇ, ਤੇ ਪਰ ਜਿਹੜੇ ਨਹੀਂ ਹੋ ਸਕਦੇ ਜਾਂ ਪਹਿਲ ਦੇ ਤੌਰ ਤੇ। ਸੋ ਇਸ ਤਰੀਕੇ ਨਾਲ ਅਸੀਂ ਉਹਨਾਂ ਨਾਲ ਹੀ ਮੀਟਿੰਗਾਂ ਕਰ ਰਹੇ ਹਾਂ। ਜਿਹੜੇ 5 ਵੀ ਅਸੀਂ ਉਹਨਾਂ ਨੂੰ ਆਪ ਪੁੱਛਿਆ ਵੀ ਭਾਈ ਇਸ ਤਰੀਕੇ ਨਾਲ ਫਸਟ ਸਟੈਪ ਦੇ ਵਿੱਚ ਸਾਨੂੰ 5 ਜਣੇ ਕਿਹੜੇ ਜਾਣ ਲਈ ਤਿਆਰ ਨੇ। ਸੋ ਉਹਦੇ ਵਿੱਚੋਂ ਫਿਰ ਇਹ 5 ਜਣੇ ਆਏ ਅੱਗੇ, ਜਿਹਦੇ ਵਿੱਚੋਂ ਵੀ 3 ਜਣੇ ਫਿਰ ਜਿੱਦਾਂ ਅਸੀਂ ਰਹਿ ਗਏ, 2 ਜਣੇ ਜਿੱਦਾਂ ਸਕਸੈਸਫੁਲੀ ਪਹੁੰਚੇ ਨੇ। ਸੋ ਇਸ ਤਰੀਕੇ ਦੇ ਨਾਲ ਅਸੀਂ ਉਹਨਾਂ ਨੂੰ ਹੀ ਅਸੀਂ ਆਫਰ ਕਰ ਰਹੇ ਵੀ ਤੁਸੀਂ ਦੱਸੋ ਵੀ ਕਿਹੜੇ ਪਹਿਲਾਂ ਜਾ ਸਕਦੇ ਨੇ, ਤਾਂ ਕਿ ਦੂਜਿਆਂ ਲਈ ਵੀ ਇਹ ਇੱਕ ਰਸਤਾ ਖੁੱਲ੍ਹ ਸਕੇ ਜੀ। ਅੱਛਾ, ਮੇਰੇ ਨਾ ਦਿਮਾਗ ਦੇ ਵਿੱਚ ਇੱਕ ਸਵਾਲ ਹੋਰ ਆ ਰਿਹਾ ਜੀ। ਭਾਰਤ ਦੇ ਵਿੱਚ ਸਿੱਖਾਂ ਨੂੰ ਰਹਿਣਾ ਸੌਖਾ, ਹਾਂਜੀ, ਤੇ ਇਹ ਤੁਸੀਂ ਇਹ ਕਿਵੇਂ ਸੋਚਿਆ ਕਿ ਉਹਨਾਂ ਨੂੰ ਅਸੀਂ ਹੋਰਾਂ ਕੰਟਰੀਆਂ ਦੇ ਵਿੱਚ ਅਪਰੋਚ ਕਰ ਰਹੇ ਹੋ ਕਿ ਤੁਸੀਂ ਉਹਨਾਂ ਦੀ ਉੱਥੇ ਹੀ ਮਦਦ ਕਰ ਸਕਦੇ ਸੀਗੇ ਭਾਰਤ ਦੇ ਵਿੱਚ? ਬਿਲਕੁਲ, ਜਿਸ ਤਰ੍ਹਾਂ ਮੈਂ ਦੱਸਿਆ ਵੀ ਇਹ ਤਕਰੀਬਨ 2018-19 ਕੋਵਿਡ ਤੋਂ ਥੋੜਾ ਚਿਰ ਪਹਿਲਾਂ ਜਾਂ ਕੋਵਿਡ ਦੇ ਡਿਊਰਿੰਗ ਜਿਹੜੇ ਬੰਬ ਬਲਾਸਟ ਹੋਏ ਇਹਨਾਂ ਤੇ ਡਿਊਰਿੰਗ ਇਸ ਪੀਰੀਅਡ ਵਿੱਚ ਜ਼ਿਆਦਾ ਆਪਣੇ ਪਰਿਵਾਰ ਉੱਥੇ ਪਹੁੰਚੇ ਨੇ।
ਤੁਸੀਂ ਇਹ ਦੇਖ ਲਓ ਵੀ ਇੱਕ ਤਾਂ ਕੋਵਿਡ ਦਾ ਸੀਜ਼ਨ ਸੀ ਤੇ ਜਦੋਂ ਇਹ ਪਹੁੰਚੇ ਅੱਜ ਤੱਕ ਉਹਨਾਂ ਦੇ ਸਾਲ 1.5 ਸਾਲ ਤੋਂ ਉੱਪਰ ਟਾਈਮ ਹੋ ਗਿਆ, ਉਹਨਾਂ ਦਾ ਆਧਾਰ ਕਾਰਡ ਨਹੀਂ ਬਣ ਸਕੇ, ਉਹਨਾਂ ਦੇ ਕੋਈ ਆਈਡੀ ਨਹੀਂ ਬਣੀ। ਕਈ ਪਰਿਵਾਰਾਂ ਨੂੰ, ਕਈ ਸਾਡੀਆਂ ਭੈਣਾਂ ਪ੍ਰੈਗਨੈਂਟ ਸੀਗੀਆਂ, ਉਹਨਾਂ ਨੂੰ ਮੈਡੀਕਲ ਹੈਲਪ ਦੀ ਲੋੜ ਸੀ। ਜਦੋਂ ਆਈਡੀ ਨਹੀਂ, ਕੋਈ ਮੈਡੀਕਲ ਹੈਲਪ ਨਹੀਂ ਸੀ ਉਹਨਾਂ ਦੇ ਲਈ ਅਵੇਲੇਬਲ। ਇੱਕ 4-5 ਸਾਲ ਦਾ ਬੱਚਾ ਸੀ, ਉਹਨੂੰ ਨਮੂਨੀਆ ਹੋ ਗਿਆ, ਕੋਈ ਹਸਪੀਟਲ ਉਹਨੂੰ ਐਡਮਿਟ ਕਰਨ ਲਈ ਤਿਆਰ ਨਹੀਂ ਸੀ। ਤੇ ਫਿਰ ਹੁਣ ਜਦੋਂ ਕੋਈ ਆਈਡੀ ਨਹੀਂ, ਕੋਈ ਉਹ ਕੰਮਕਾਰ ਨਹੀਂ ਕਰ ਸਕਦੇ, ਕੋਈ ਜੌਬ ਨਹੀਂ ਦਿੰਦਾ ਉਹਨਾਂ ਨੂੰ, ਚਲੋ ਬਿਜ਼ਨਸ ਤਾਂ ਸਟਾਰਟ ਕਰਨਾ ਫਿਰ ਬੜੀ ਦੂਰ ਦੀ ਗੱਲ ਹੈ। ਤੇ ਜਦੋਂ ਫਿਰ ਇਦਾਂ ਦੇ ਹਾਲਾਤਾਂ ਦੇ ਵਿੱਚ ਦੇਖਿਆ ਵੀ ਜਦੋਂ ਉਹਨਾਂ ਨੇ ਵੀ ਉਹ ਕਹਿੰਦੇ ਵੀ ਇਹੋ ਜਿਹੇ ਹਾਲਾਤਾਂ ਦੇ ਨਾਲੋਂ ਤਾਂ ਅਸੀਂ ਉੱਥੇ ਹੀ ਠੀਕ ਸੀ ਵੀ ਚਲੋ ਉੱਥੇ ਸਾਨੂੰ ਪਤਾ ਸੀ ਵੀ ਥੋੜਾ ਬਹੁਤਾ ਕਮਾ ਰਹੇ ਆ। ਪਰ ਅੱਛਾ, ਇਹ ਗੱਲ ਆਪ ਕਹਿ ਰਹੇ ਨੇ ਆਪਣੇ ਮੂੰਹ, ਉਹ ਕਹਿ ਰਹੇ ਆ ਕਿ ਅਸੀਂ ਇੱਥੇ ਨਹੀਂ ਰਹਿਣਾ ਚਾਹੁੰਦੇ, ਭਾਰਤ ਦੇ ਵਿੱਚ ਅਸੀਂ ਕਿਤੇ ਹੋਰ ਜਾਣਾ ਚਾਹੁੰਦੇ ਹਾਂ ਜੀ। ਕਿਉਂਕਿ ਕਹਿੰਦੇ ਤੁਸੀਂ ਦੱਸੋ ਵੀ ਸਾਡੀ ਮੈਡੀਕਲ ਸਹੂਲਤ ਨਹੀਂ ਲੈ ਸਕਦੇ, ਬੱਚਾ ਸਾਡਾ ਪੜ੍ਹ ਨਹੀਂ ਸਕਦਾ ਤੇ ਕੰਮ ਕਾਰ ਅਸੀਂ ਕੋਈ ਕਰ ਨਹੀਂ ਪਾ ਰਹੇ, ਸਾਰਾ ਦਿਨ ਘਰੇ ਬੈਠੇ ਆ। ਹੋਰ ਬੰਦਾ ਸੋਚਦਾ ਡਿਪਰੈਸ਼ਨ ਜਿਹਨੂੰ ਆਪਾਂ ਕਹਿੰਦੇ ਨੇ ਉਹਦੇ ਵਿੱਚ ਜਾ ਰਹੇ ਆ ਵੀ ਫਿਰ ਸਾਡਾ ਹੁਣ ਬਣੂ ਕੀ। ਸੋ ਜਦੋਂ ਇਸ ਤਰੀਕੇ ਦੇ ਨਾਲ ਫਿਰ ਅਸੀਂ ਉਹਨਾਂ ਨੂੰ ਪੁੱਛਿਆ ਵੀ ਫਿਰ ਆਪਾਂ ਵੀ ਹੋਰ ਕਿਸੇ ਕਹਿੰਦੇ ਵੀ ਹਾਂ ਕਿਤੇ ਵੀ ਦੇਖੋ ਵੀ ਐਟਲੀਸਟ ਅਸੀਂ ਥੋੜਾ ਬਹੁਤਾ ਵੀ, ਕਿਉਂਕਿ ਜਿਹੜਾ ਬਿਜ਼ਨਸਮੈਨ ਬੰਦਾ ਹੁੰਦਾ ਉਹ ਵਿਹਲਾ ਨਹੀਂ ਬੈਠਦਾ। ਹਾਂ ਬਿਲਕੁਲ। ਸੋ ਕਹਿੰਦੇ ਵੀ ਅਸੀਂ ਵਿਹਲੇ ਬੈਠ ਕੇ ਤਾਂ ਸਾਡਾ ਹੋਰ ਕੰਮ ਖਰਾਬ ਹੋ ਗਿਆ ਵੀ ਕਿਵੇਂ ਵੀ ਕਰੋ। ਇੱਕ ਹੋਰ ਵੀ ਆ ਨਾ, ਦੇਖੋ ਜਿਹੜੀ ਤੁਹਾਡੀ ਜਨਮ ਭੂਮੀ, ਹੁਣ ਜਿਹੜੇ ਉੱਥੋਂ ਦੇ ਚਿਰ ਹੋ ਗਿਆ ਉਹਨਾਂ ਨੂੰ ਗਿਆ ਨੂੰ, ਉਹਨਾਂ ਦੀ ਤਾਂ ਜਨਮ ਭੂਮੀ ਉਹੀ ਹੈ, ਅਫਗਾਨਿਸਤਾਨ। ਹਾਂ, ਚਾਹੇ ਉਹ ਕਿਸੇ ਵੀ ਹਾਲਾਤ ਦੇ ਵਿੱਚ ਸੀਗੇ, ਉਹ ਚਾਹੇ ਉਹਨਾਂ ਦੇ ਬੱਚੇ ਪੜ੍ਹ ਨਹੀਂ ਸਕਦੇ ਉੱਥੇ, ਚਾਹੇ ਉਹਨਾਂ ਨੂੰ ਕਾਫਰ ਕਹਿੰਦੇ ਸੀ ਲੋਕ, ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਸੀ ਬਹੁਤ ਸਾਰੀਆਂ ਦਿੱਕਤਾਂ ਦਾ, ਪਰ ਛੱਡਣਾ ਬਹੁਤ ਮੁਸ਼ਕਿਲ ਹੈ। ਠੀਕ ਹੈ ਨਾ, ਜੇ ਹੁਣ ਆਪਾਂ ਨੂੰ ਕਹਿੰਦੇ ਕੋਈ ਟੋਰਾਂਟੋ ਛੱਡ ਕੇ ਤੁਸੀਂ ਵਿਨੀਪੈਗ ਮੂਵ ਹੋ ਜਾਓ, ਅਸੀਂ ਕਹੇ ਹੋ ਬਹੁਤ ਔਖਾ। ਹਾਂ, ਕਿਸੇ ਮਜਬੂਰੀ ਨੂੰ, ਕੰਮ ਧੰਦੇ ਦੇ ਆਪਦੇ ਬਿਜ਼ਨਸ ਨੂੰ ਦੇਖਦੇ ਜ਼ਰੂਰ ਹੋ ਜਾਵਾਂਗੇ, ਪਰ ਹੋਵਾਂਗੇ ਵੀ ਤਾਂ ਜੇ ਸਾਨੂੰ ਇੱਥੇ ਨਾਲੋਂ ਕੁਝ ਬੈਟਰ ਉੱਥੇ ਮਿਲੇਗਾ। ਠੀਕ ਹੈ ਨਾ, ਹੁਣ ਉਹ ਕਹਿੰਦੇ ਵੀ ਜਿਹੇ ਜਿਹੇ ਹਾਲਾਤ 'ਚੋਂ ਅਸੀਂ ਆਏ ਸੀ ਉਹੋ ਜਿਹੇ 'ਚ ਅਸੀਂ ਫੇਰ ਫਸ ਗਏ। ਉਹ ਚਾਹੁੰਦੇ ਇਹ ਵੀ ਕਿਤੇ ਨਾ ਕਿਤੇ ਅਸੀਂ ਹੋਰ ਜਾ ਵੜੀਏ ਜਿੱਥੇ ਸਾਨੂੰ ਥੋੜੀ ਬਹੁਤੀ ਸਿਹਤ ਸਹੂਲਤ ਜਾਂ ਸਾਡੇ ਬੱਚਿਆਂ ਨੂੰ ਕੋਈ ਸਰਕਾਰ ਸਾਡੀ ਬਾਂਹ ਫੜ ਦੇਵੇ, ਤਾਂ ਕਿ ਅਸੀਂ ਆਪਣੇ ਐਟਲੀਸਟ ਆਪਣੇ ਪਰਿਵਾਰਾਂ ਦਾ, ਐਟਲੀਸਟ ਆਪਣੀ ਆਉਣ ਵਾਲੀ ਜਨਰੇਸ਼ਨ ਅਸੀਂ ਬੱਚਿਆਂ ਨੂੰ ਪੜ੍ਹਾ ਸਕੀਏ ਕੁਛ ਨਾ ਕੁਛ ਐਜੂਕੇਟ। ਕਿਉਂਕਿ ਹੁਣ ਉਹ ਵੀ ਦੇਖ ਰਹੇ ਨੇ ਵੀ ਅੱਜ ਦੁਨੀਆ ਕਿੱਥੇ ਪਹੁੰਚ ਗਈ ਹੈ, ਮੀਡੀਆ ਕਿੱਥੇ ਤੱਕ ਪਹੁੰਚ ਗਿਆ, ਸੋਸ਼ਲ ਮੀਡੀਆ ਕਿੱਥੋਂ ਤੱਕ ਪਹੁੰਚ ਗਿਆ, ਵੀ ਸਾਨੂੰ ਤਾਂ ਬਿਲਕੁਲ ਵੀ ਨੌਲੇਜ ਹੈ ਪਤਾ ਨਹੀਂ। ਜੇ ਸਾਨੂੰ ਨਹੀਂ ਪਤਾ ਕਿ ਸਾਡੇ ਬੱਚਿਆਂ ਨੂੰ ਕਿੱਦਾਂ ਪਤਾ ਲੱਗੂ, ਬੱਚਿਆਂ ਨੂੰ ਤਾਂ ਹੀ ਪਤਾ ਲੱਗੂ ਜੇ ਉਹ ਐਜੂਕੇਸ਼ਨ ਲੈਣਗੇ। ਤੇ ਐਜੂਕੇਸ਼ਨ ਲੈਣ ਲਈ ਉਹਨਾਂ ਨੂੰ ਆਈਡੀਜ਼ ਚਾਹੀਦੀਆਂ ਨੇ, ਉਹਨਾਂ ਨੂੰ ਇਨਕਮ ਦਾ ਸੋਰਸ ਚਾਹੀਦਾ, ਉਹਨਾਂ ਦਾ ਪ੍ਰੋਪਰ ਘਰ-ਬਾਰ ਚਾਹੀਦਾ। ਸੋ ਇਹ ਹਾਰ ਕੇ, ਜਿੱਦਾਂ ਕਹਿੰਦੇ ਆ ਵੀ ਬੰਦਾ ਜਦੋਂ ਹਾਰ ਕੇ ਹੋਰ ਕਿਸੇ ਪਾਸੇ ਵੀ ਉਹਨੂੰ ਕੋਈ ਆਸ ਦੀ ਕਿਰਨ ਨਹੀਂ ਲੱਭ ਰਹੀ, ਤੇ ਫਿਰ ਉਹਨਾਂ ਨੇ ਜਿੱਦਾਂ ਇਹੀ ਡਿਸਾਈਡ ਕੀਤਾ ਵੀ ਚਲੋ ਜਿੱਥੇ ਵੀ ਮਿਲਦਾ, ਹਾਂ ਥੋੜਾ ਬਹੁਤਾ ਇੱਥੇ ਨਾਲੋਂ ਬੈਟਰ ਆਪਾਂ ਆਪਣੀ ਜ਼ਿੰਦਗੀ, ਆਪਣਾ ਜੀਵਨ ਸ਼ੁਰੂ ਕਰੀਏ। ਜਿਵੇਂ ਤੁਸੀਂ ਗੱਲ ਕੀਤੀ ਸੀਗੀ ਕਿ ਜਿਹੜੇ ਅਫਗਾਨਿਸਤਾਨ ਦੇ ਵਿੱਚ ਸਿੱਖ ਰਹਿੰਦੇ ਸੀਗੇ ਵੀ ਉਹ ਜੋਬਾਂ ਵਾਲੇ ਤਾਂ ਹੈ ਨਹੀਂ ਸੀਗੇ ਉੱਥੇ, ਹੈ ਨਾ, ਕਿਉਂ ਪੜ੍ਹੇ ਲਿਖੇ ਬਹੁਤ ਘੱਟ ਸੀਗੇ, ਜੇ ਹੋਇਆ ਤਾਂ ਇੱਕ ਅੱਧਾ ਕੋਈ ਮਾੜਾ ਮੋਟਾ ਪੜ੍ਹਿਆ ਲਿਖਿਆ ਹੋਣਾ, ਬਲਤਾਨ ਪੜ੍ਹੀ ਹੋਣੇ ਸਾਰੇ। ਠੀਕ ਹੈ, ਉਹ ਬਿਜ਼ਨਸ ਕਰਦੇ ਸੀਗੇ। ਹੁਣ ਜਦੋਂ ਉਹ ਮੂਵ ਹੋਏ ਆ ਉੱਥੋਂ, ਮਜਬੂਰੀ ਦੇ ਵਿੱਚ ਗਏ ਆ, ਉਹ ਸਭ ਕੁਝ ਛੱਡ ਕੇ ਬਸ ਹੀ ਭੱਜ ਗਏ, ਜਾਂ ਉਹ ਉਹਨਾਂ ਦਾ ਬਿਜ਼ਨਸ ਦਾ ਉਹਦਾ ਕੀ ਬਣਿਆ ਮਗਰ, ਘਰ-ਬਾਰ ਦੋਨੇ ਜੀ, ਪ੍ਰਾਪਰਟੀ ਦਾ ਕੁਛ ਨਹੀਂ ਜੀ। ਆਪਾਂ ਨੂੰ ਵੀ ਪਤਾ ਚਮਕੌਰ ਸਿੰਘ ਜੀ ਵੀ ਜਦੋਂ ਇਦਾਂ ਦੇ ਹਾਲਾਤ ਹੋਣ, ਫਿਰ ਚਾਹੇ ਕੋਈ 100 ਸਕਾ ਵੀ ਹੋਵੇ, ਉਹ ਵੀ ਦੇਖਦਾ ਵੀ ਕਿੱਦਾਂ ਮੈਂ ਇਹਦਾ ਫਾਇਦਾ ਲੈ ਸਕਾਂ। ਹੁਣ ਕਿਸੇ ਨੇ ਆਪਣੀ ਦੁਕਾਨ ਆ ਕੋਈ ਨਾਲ ਦੇ ਨੂੰ, ਕਿਸੇ ਨੂੰ ਵੈਸੇ ਹੀ ਸੰਭਾਲਤੀ, ਜਾਂ ਕਿਸੇ ਨੇ ਉਹਨੂੰ ਥੋੜੇ ਬਹੁਤੇ ਪੈਸੇ ਦੇ ਦਿੱਤੇ, ਤੇ ਜਾਂ ਕਿਸੇ ਨੇ ਵਿੱਚ ਹਿੱਸਾ ਪਵਾ ਲਿਆ ਵੀ ਭਾਈ ਚੱਲ ਠੀਕ ਆ ਤੂੰ ਮੇਰੇ ਨਾਲ ਹਿੱਸਾ ਪਾ ਲੈ, ਐਟਲੀਸਟ ਮੇਰੀ ਚੱਲ ਜੇ ਰੱਬ ਕਰਦਾ ਕੱਲ ਨੂੰ ਹਾਲਾਤ ਬਿਹਤਰ ਹੋ ਜਾਂਦੇ ਨੇ ਜਾਂ ਕੁਛ ਏਦਾਂ ਉਸਦਾ, ਐਟਲੀਸਟ ਮੈਂ ਵਾਪਸ ਆ ਕੇ ਚੱਲ ਦੁਬਾਰਾ ਆਪਣਾ ਸ਼ੁਰੂ ਕਰ ਲਵਾਂ। ਤੇ ਇਸੇ ਤਰ੍ਹਾਂ ਹੀ ਉਹ ਆਪਣਾ ਛੱਡ ਕੇ ਆਏ ਨੇ, 4 ਕੱਪੜੇ ਨਾਲ ਲੈ ਕੇ ਆਏ ਨੇ। ਤੇ ਜੇ ਆਪਾਂ ਕਹੀਏ ਵੀ ਕੋਈ ਉੱਥੇ ਉਹ ਆਪਣੇ ਬਿਜ਼ਨਸ ਨੂੰ ਸੈੱਲ ਕਰਕੇ ਜਾਂ ਆਪਣੀਆਂ ਪ੍ਰਾਪਰਟੀਆਂ ਸੈੱਲ ਕਰਕੇ, ਘਰ-ਬਾਰ ਸੈੱਲ ਕਰਕੇ ਕੋਈ ਵੱਡੀ ਅਮਾਊਂਟ ਪੈਸੇ ਦੀ ਨਾਲ ਲੈ ਕੇ ਆਏ ਨੇ, ਨਹੀਂ ਜੀ। ਉਹ ਕਹਿ ਲਓ ਵੀ ਇੱਕ ਕਿਸਮ ਦੇ ਖਾਲੀ ਹੱਥ ਹੀ ਵਿਚਾਰੇ ਆਏ। ਹੁਣ ਕਿੰਨੇ ਸਿੱਖ ਤੁਸੀਂ ਦੱਸਿਆ ਸੀਗਾ ਉੱਥੇ ਰਹਿ ਗਏ ਹੈਗੇ ਅਫਗਾਨਿਸਤਾਨ ਦੇ ਵਿੱਚ? ਹੁਣ ਉੱਥੇ 100-150 ਦੇ ਕਰੀਬ ਆਪਣਾ ਸਟਿਲ ਹੈ। ਅੱਜ ਹੀ ਉਹਨਾਂ ਦੇ ਨਾਲ ਤੁਹਾਡੇ ਸੰਪਰਕ ਹੋ ਰਿਹਾ? ਹਾਂਜੀ, ਅੱਜ ਹੀ ਸਾਡੀ ਦੁਪਹਿਰੀ ਗੱਲ ਹੋਈ ਹੈ। ਸੋ ਉਹਨਾਂ ਦੇ ਨਾਲ ਗੱਲ ਹੋਈ ਹੈ, ਉਹਨਾਂ ਨੂੰ ਵੀ ਅਸੀਂ ਇਹੀ ਸਾਰਾ, ਕਿਉਂਕਿ ਉਹਨਾਂ ਨੂੰ ਜਦੋਂ ਨਿਊਜ਼ ਪਹੁੰਚੀ ਹੈ ਤੇ ਉਹਨਾਂ ਨੂੰ ਵੀ ਦੇਖਿਆ, ਪੁੱਛਿਆ ਹੁਣ ਵੀ ਕਿਸ ਤਰੀਕੇ ਦੇ ਨਾਲ ਆ, ਤੇ ਉਹ ਵੀ ਹੁਣ ਕਹਿੰਦੇ ਆ ਵੀ ਅਸੀਂ ਵੀ ਇੱਥੋਂ ਨਿਕਲਣ ਲਈ ਤਿਆਰ ਬੈਠੇ ਹਾਂ, ਵੀ ਜਿਵੇਂ ਵੀ ਸਾਨੂੰ ਚਾਹੇ ਪਾਕਿਸਤਾਨ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਸਾਨੂੰ ਰਾਹਦਾਰੀ ਮਿਲਦੀ ਹੈ ਤੇ ਅਸੀਂ ਵੀ ਉੱਥੇ ਸ਼ਿਫਟ ਕਰ ਜਾਣਾ। ਨਹੀਂ, ਜਦੋਂ ਪਹਿਲਾਂ ਦੂਜੇ 600 ਗਏ ਆ, ਇਹ ਉਦੋਂ ਕਿਉਂ ਨਹੀਂ ਗਏ? ਇਹਨਾਂ ਰਹਿਣ ਦਾ ਕੀ ਕਾਰਨ ਸੀਗਾ ਬਣਿਆ? ਇਹ ਕੁਛ ਤਾਂ ਸੀਗੇ ਉਦੋਂ ਵੀ, ਕਿਉਂਕਿ ਆਪਣੇ ਧਾਰਮਿਕ ਸਥਾਨ ਬਹੁਤ ਨੇ ਅਫਗਾਨਿਸਤਾਨ ਦੇ ਵਿੱਚ। ਸੋ ਉਹਦੇ ਜਿਹੜੇ ਨੇੜੇ ਰਹਿੰਦੇ ਸੀ ਜਾਂ ਉਹਨਾਂ ਦੇ ਨਾਲ ਲਗਾਅ ਬਹੁਤ ਸੀ। ਇਹ ਉਹ ਪਰਿਵਾਰ ਨੇ, ਕਈ ਗੁਰਦੁਆਰਿਆਂ ਦੇ ਉੱਥੇ ਸੇਵਾਦਾਰ ਨੇ ਜਿਹੜੇ ਉਹ ਪਰਿਵਾਰ ਨੇ,
ਕੋਈ ਪ੍ਰਧਾਨ ਨੇ ਜਾਂ ਹੋਰ, ਜਾਂ ਜਿਨ੍ਹਾਂ ਦਾ ਥੋੜ੍ਹਾ ਜਿਹਾ ਥੋੜ੍ਹੇ ਜਿਹੇ ਬੈਟਰ ਹਾਲਾਤਾਂ ਦੇ ਵਿੱਚ ਉਹ ਰਹਿ ਰਹੇ ਸੀ। ਆਈ ਮੀਨ ਜਿੱਥੇ ਕਹਿ ਲਓ ਵੀ ਜਿਸ ਏਰੀਏ ਦੇ ਵਿੱਚ ਉਹ ਰਹਿੰਦੇ ਸੀ ਉੱਥੇ ਡਿਸਕ੍ਰਿਮੀਨੇਸ਼ਨ ਸੀ, ਧੱਕਾ ਸੀ, ਪਰ ਇੰਨਾ ਜ਼ਿਆਦਾ ਨਹੀਂ ਸੀ ਜਿੰਨਾ ਦੂਸਰਿਆਂ ਦਾ ਸੀ ਜਿਨ੍ਹਾਂ ਨੇ ਕਿ ਸੋਚਿਆ ਵੀ ਨਹੀਂ ਵੀ ਹੁਣ ਇੱਥੋਂ ਭੱਜ ਲਓ, ਇੱਥੋਂ ਨਿਕਲ ਜਾਓ। ਇਹ ਉਹ ਪਰਿਵਾਰ ਸੀਗੇ। ਤੇ ਕੁਝ ਅਸੀਂ ਵੀ ਚਾਹੁੰਦੇ ਸੀ ਵੀ ਸਾਰੀਆਂ ਸੰਸਥਾਵਾਂ ਹੋਰ ਵੀ ਆਪਾਂ ਸਾਰਾ ਹੀ ਉੱਥੋਂ, ਕਿਉਂਕਿ ਸਾਡੇ ਧਾਰਮਿਕ ਸਥਾਨ ਜਿੱਦਾਂ ਵੀ ਉਹਨਾਂ ਦਾ ਸੇਵਾ ਸੰਭਾਲ ਦਾ ਕੁਛ ਨਾ ਕੁਛ ਆਪਾਂ ਜ਼ਰੂਰ ਉੱਥੇ ਕਰੀਏ, ਤੇ ਜਿੰਨਾ ਕੁ ਉੱਥੇ ਹੋ ਸਕਦਾ ਉਨਾ ਕੁ ਰਹਿ ਕੇ ਉਹਦਾ ਧਿਆਨ ਰੱਖਾਂ ਜੀ। ਅੱਛਾ, ਭਾਰਤ ਸਰਕਾਰ ਦੇ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਕਿ ਅਸੀਂ ਇਹਨਾਂ ਨੂੰ ਜੀ ਸ਼ਿਫਟ ਕਰ ਰਹੇ ਹਾਂ ਜਾਂ? ਹਾਂਜੀ, ਹੁਣ ਆਪਣੀਆਂ ਇਹੀ ਉਹਨਾਂ ਨੂੰ ਕੋਸ਼ਿਸ਼ ਸੀ ਕਿ ਜਿਹੜੀ, ਕਿਉਂਕਿ ਇਹਦੇ ਲਈ ਇੱਕ ID ਚਾਹੀਦੀ ਹੁੰਦੀ ਹੈ ਜਦੋਂ ਤੁਸੀਂ ਬੰਦੇ ਨੇ ਉੱਥੋਂ ਈਵਨ ਜਹਾਜ਼ ਆਪਾਂ ਚੜ੍ਹਨਾ ਵੀ ਆ। ਇਹ ਰਿਫਿਊਜੀ ਸਟੇਟਸ ਹੁੰਦਾ ਜਿਹੜਾ ਕਿ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਦਫ਼ਤਰ ਨੇ ਉਸ ਜਿਸ ਕੰਟਰੀ ਦੇ ਵਿੱਚ ਵੀ ਉੱਥੇ ਜਾ ਕੇ ਇਹ ਆਈਡੀਆਂ ਬਣਦੀਆਂ ਨੇ, ਉਹਦੇ ਵਿੱਚ ਉਹਨਾਂ ਨੇ ਆਪਾਂ ਨੂੰ ਹੈਲਪ ਕੀਤੀ। ਤੇ ਆਧਾਰ ਕਾਰਡ ਬਣਾਉਣ ਦੇ ਵਿੱਚ ਵੀ ਜਿੱਦਾਂ ਉਹਨਾਂ ਦੇ ਨਾਲ ਹੀ ਆਪਣੀ ਗੱਲਬਾਤ ਚੱਲ ਰਹੀ ਹੈ। ਹਾਂ, ਪ੍ਰੋਸੈਸ ਉਹ ਅਜੇ ਕਹਿ ਲਓ ਵੀ ਨਹੀਂ ਫਾਲੋ ਹੋ ਰਿਹਾ, ਪ੍ਰੋਪਰ ਨਹੀਂ ਉਹ ਬਣ ਰਿਹਾ, ਪਰ ਹਾਂ ਕਾਫੀ ਹੈਲਪ ਹੋ ਰਹੀ ਹੈ। ਪਰ ਤੁਸੀਂ ਆਪ ਹਿਸਾਬ ਲਾ ਲਓ ਵੀ ਜ਼ਿਆਦਾ ਉਸ ਤਰੀਕੇ ਦੀ ਹੈਲਪ ਨਹੀਂ ਹੋ ਰਹੀ ਜਿੱਦਾਂ ਦੀ ਉਹ ਚਾਹੁੰਦੇ ਸੀ ਕਿ ਉਹ ਕਹਿ ਸਕਦੇ ਵੀ ਠੀਕ ਹੈ ਜੀ ਹੁਣ ਅਸੀਂ ਭਾਰਤ ਵੀ ਚਲੋ ਐਟਲੀਸਟ ਆ ਗਏ ਹਾਂ ਤਾਂ ਅਸੀਂ ਇੱਥੇ ਹੀ ਰਹਿ ਸਕਦੇ ਹਾਂ। ਅੱਛਾ, ਜਿਹੜੇ ਤੁਸੀਂ ਗੱਲ ਕੀਤੀ ਹੈ ਕਿ ਮੈਕਸੀਕੋ ਨੇ ਕਿਹਾ ਕਿ 141 ਜਣਿਆਂ ਨੂੰ ਅਸੀਂ ਵੀਜ਼ਾ ਦੇ ਦਿਆਂਗੇ, ਹਾਂਜੀ, ਉਹ 141 ਦੇ ਵਿੱਚੋਂ ਸਾਰੇ ਭਾਰਤ ਤੋਂ ਹੀ ਆ ਰਿਹਾ ਕਿ ਜਿਹੜੇ ਅਫਗਾਨਿਸਤਾਨ ਦੇ ਵਿੱਚ ਕੁਝ ਰਹਿ ਗਏ ਉਹਨਾਂ ਦੇ ਵਿੱਚੋਂ ਵੀ ਤੁਸੀਂ ਸੱਦੋਗੇ? ਉਹਨਾਂ ਦੇ ਵਿੱਚੋਂ ਵੀ ਆਉਣਗੇ ਜੀ, ਤੇ ਜ਼ਿਆਦਾਤਰ ਭਾਰਤ ਚ ਆਉਣਗੇ ਕਿਉਂਕਿ ਜ਼ਿਆਦਾਤਰ ਆਪਣੇ ਭਾਰਤ ਦੇ ਵਿੱਚੋਂ ਨੇ। ਤੇ ਪਲੱਸ ਅਜੇ ਹੁਣ ਦੇਖਾਂਗੇ ਵੀ ਕਿਉਂਕਿ ਇਹ ਜੇ 2 ਆਏ ਨੇ, ਹੁਣ 15 ਤੋਂ 20 ਜਣਿਆਂ ਦਾ ਆਪਾਂ ਇੱਕ ਹੋਰ ਜੱਥਾ ਜਿਹੜਾ ਆ ਮਹੀਨੇ ਦੇ ਐਂਡ ਦੇ ਵਿੱਚ ਪਹੁੰਚ ਜਾਣਾ, ਉਹਨਾਂ ਦਾ ਪ੍ਰੋਸੈਸ ਸ਼ੁਰੂ ਹੋ ਗਿਆ। ਸੋ ਜਿਸ ਤਰੀਕੇ ਦੇ ਨਾਲ ਇਹ ਆਉਂਦੇ ਜਾਣਗੇ ਉਵੇਂ ਆਪਾਂ ਉਸ ਤਰੀਕੇ ਨਾਲ ਉੱਥੋਂ ਕਹਿ ਲਓ ਵੀ ਲਿਆਵਾਂ। ਜੇ ਆਪਾਂ ਨੂੰ ਲੱਗਿਆ ਵੀ 141 ਤੋਂ ਆਪਾਂ ਨੂੰ ਹੋਰ ਜ਼ਿਆਦਾ ਚਾਹੀਦੇ ਨੇ, ਫਿਰ ਆਪਾਂ ਮੈਕਸੀਕੋ ਸਰਕਾਰ ਨੂੰ ਜਾਂ ਹੋ ਸਕਦਾ ਕਿ ਜਦ ਤੱਕ ਕੋਈ ਹੋਰ ਕੰਟਰੀ ਵੀ ਦੇਖ ਕੇ ਵੀ ਚਲੋ ਮੈਕਸੀਕੋ ਕਰ ਰਿਹਾ ਤਾਂ ਅਸੀਂ ਵੀ ਇਹਨਾਂ ਦੀ, ਜੇ 700-800 ਜਾਣਾ, ਜੇ 100 ਜਾਣਾ, 5-7 ਕੰਟਰੀਆਂ ਨੇ ਕਹਿਤਾ ਕਿ ਅਸੀਂ ਹਾਂਜੀ ਉਹਦੇ ਨਾਲ ਆਪਣੇ ਹਾਂਜੀ ਆ ਜਾਣਗੇ। ਹੁਣ ਜਿਹੜੇ 2 ਜਾਣੇ ਉੱਥੇ ਪਹੁੰਚੇ ਨੇ ਉਹ ਬਰੌਡ ਟਪ ਜਿਹੜੇ ਹੈਗੇ ਅਫਗਾਨਿਸਤਾਨ ਦੇ ਬੋਰਨ ਸੀਗੇ? ਹਾਂਜੀ, ਉਹ ਹੁਣ ਇੰਡੀਆ ਦੇ ਵਿੱਚ ਚਲੇ ਗਏ ਸੀਗੇ? ਹਾਂਜੀ, ਉਹ ਇੰਡੀਆ ਦੇ ਵਿੱਚ ਸੀਗੇ। ਉਹ ਆਪਣੀ ਫੈਮਿਲੀ ਦੇ ਨਾਲ ਆਏ ਜਾਂ ਕਿਵੇਂ? ਨਹੀਂ ਜੀ, ਉਹਨਾਂ ਦੀਆਂ ਫੈਮਿਲੀਜ਼ ਅਜੇ ਪਿੱਛੇ ਹੀ ਨੇ। ਇਹ ਸਿਰਫ ਅਜੇ ਕਹ ਲਓ ਵੀ ਮੇਲ ਪਰਸਨ ਹੀ ਆਪ ਆਏ ਨੇ। ਕੀ ਨਾਮ ਕੀ ਆ ਉਹਨਾਂ ਦੋਵਾਂ ਦਾ? ਹਾਂਜੀ, ਆਪਣੇ ਇੱਕ ਹੈਗੇ ਨੇ ਤਲਵਿੰਦਰ ਸਿੰਘ ਤੇ ਇੱਕ ਰਾਮਵਿਜ ਜੀ ਨੇ। ਸੋ ਇਹ 2 ਜਣੇ ਨੇ। ਸੋ ਮੈਂ ਸਾਡੇ ਦਰਸ਼ਕਾਂ ਨੂੰ ਵੀ ਦਿਖਾ ਦੇਵਾਂ ਕੁਝ ਕੁ ਤਸਵੀਰਾਂ ਉਹ ਜਿਹੜੇ ਸਾਡੇ ਸਿੱਖ ਪਹੁੰਚੇ ਨੇਗੇ ਮੈਕਸੀਕੋ ਦੇ ਵਿੱਚ। ਜਿਵੇਂ ਭਾਜੀ ਹੁਣਾਂ ਨੇ ਦੱਸਿਆ ਕਿ ਮੈਕਸੀਕੋ ਦੇ ਵਿੱਚ ਮੈਕਸੀਕੋ ਸਰਕਾਰ ਨੇ ਮੰਨਿਆ ਕਿ 141 ਦੇ ਕਰੀਬ ਜਿਹੜੇ ਇਹਨਾਂ ਨੇ ਕਿਹਾ ਕਿ ਅਸੀਂ ਵੀਜ਼ੇ ਦੇ ਦਿਆਂਗੇ ਜਿਹੜੇ ਅਫਗਾਨਿਸਤਾਨ ਤੋਂ। ਸੋ ਮੈਂ ਸਾਡੇ ਟੈਕਨੀਸ਼ੀਅਨ ਨੂੰ ਕਹਾਂ ਕਿਉਂਕਿ ਤਸਵੀਰਾਂ ਜ਼ਰੂਰ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਨ। ਜਿਹੜੇ ਤਲਵਿੰਦਰ ਸਿੰਘ ਤੇ ਇੱਕ ਤੁਸੀਂ ਕੀ ਨਾਮ ਦੱਸਿਆ? ਰਾਮ ਸਿੰਘ, ਰਾਮਵਿਜ ਜਾਂ ਰਾਮ ਸਿੰਘ, ਕਿਉਂਕਿ ਹਿੰਦੂ ਤੇ ਸਿੱਖ ਭਾਈਚਾਰੇ ਸਾਂਝੇ ਸੀਗੇ ਜਿਹੜੇ। ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਮੈਕਸੀਕੋ ਏਅਰਪੋਰਟ ਦੀਆਂ ਨੇ। ਉੱਥੇ ਤਲਵਿੰਦਰ ਸਿੰਘ ਤੇ ਰਾਮਵਿਜ ਹੋਰੀ 2 ਜਿਹੜੇ ਅਫਗਾਨੀ ਸਿੱਖ ਨੇ ਉਹ ਬਾਇਆ ਭਾਰਤ ਹੋ ਕੇ ਯੂਨਾਈਟਿਡ ਸਿੱਖ ਸੰਸਥਾ ਦੇ ਸਹਿਯੋਗ ਦੇ ਨਾਲ ਉਹ ਮੈਕਸੀਕੋ ਦੇ ਵਿੱਚ ਪਹੁੰਚ ਚੁੱਕੇ ਨੇ। ਔਰ ਮੈਕਸੀਕੋ ਦੇ ਜਿਹੜੇ ਅਫੀਸ਼ੀਅਲ ਜੋ ਕੁਝ ਹੈਗੇ ਨੇਗੇ ਉਹ ਤੇ ਯੂਨਾਈਟਿਡ ਸਿੱਖ ਸੰਸਥਾ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦਾ ਉੱਥੇ ਸਵਾਗਤ ਕਰ ਰਹੇ ਨੇ। ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਪਤਾ ਲੱਗ ਜਾਣਾ ਕਿ ਜਿਵੇਂ ਇਹਨਾਂ ਨੇ ਕਿਹਾ ਕਿ 141 ਹੋਰ ਜਿਹੜੇ ਸਿੱਖ ਆ ਹਿੰਦੂ ਸਿੱਖ ਨੇ ਉਹ ਮੈਕਸੀਕੋ ਦੇ ਵਿੱਚ ਪਹੁੰਚ ਜਾਣਗੇ। ਅੱਛਾ, ਇੱਕ ਮੈਨੂੰ ਸੁਖਵਿੰਦਰ ਸਿੰਘ ਜੀ ਹੋਰ ਦੱਸੋ, ਜਦੋਂ ਇਹ ਇੱਥੇ ਪਹੁੰਚ ਗਏ ਇਹਨਾਂ ਦੇ ਰਹਿਣ ਸਹਿਣ ਦਾ ਜਿਹੜਾ ਉਹ ਖਰਚਾ ਇੱਥੇ ਵੀ ਇਹਨਾਂ ਦਾ ਰਿਫਿਊਜੀ ਸਟੇਟਸ ਹੀ ਹੋਏਗਾ? ਹਾਂਜੀ, ਇਹ ਆਪਾਂ ਨੂੰ ਪੋਲੀਟੀਕਲ ਅਸਾਈਲਮ ਦੇ ਵੀਜ਼ੇ ਉਹਨਾਂ ਨੇ ਇਸ਼ੂ ਕੀਤੇ ਨੇ, ਰਿਫਿਊਜੀ ਸਟੇਟਸ ਹੋਏਗਾ ਜੀ। ਤੇ ਪਰ ਇਹਨਾਂ ਦਾ ਆਪਾਂ ਜਿਹੜਾ ਸਾਰਾ ਏਅਰਫੇਅਰ ਜੋ ਟਿਕਟ ਵਗੈਰਾ ਦਾ ਖਰਚਾ ਆਪਾਂ ਕੀਤਾ ਤੇ ਨਾਲ ਇੱਥੇ 3 ਮਹੀਨੇ ਇਹਨਾਂ ਦਾ ਗੁਜ਼ਰ ਬਸਰ ਦਾ ਰਹਿਣ ਦੀ ਆਪਾਂ ਜ਼ਿੰਮੇਵਾਰੀ ਲਈ ਹੈ। ਤੇ ਆਪਾਂ ਇਹਨਾਂ ਨੂੰ ਇਹ 3 ਮਹੀਨਿਆਂ ਦੇ ਵਿੱਚ ਇੱਥੇ ਜਦ ਤੱਕ ਮੈਕਸੀਕੋ ਦੀ ਇਹਨਾਂ ਨੂੰ ਜੋ ਇਹਨਾਂ ਦੀਆਂ IDs ਨੇ, ਇਹਨਾਂ ਨੂੰ ਰੈਜ਼ੀਡੈਂਸੀ ਪਰਮਿਟਸ ਨੇ ਉਹ ਮਿਲ ਜਾਣੇ ਨੇ। ਉਦੋਂ ਤੱਕ 3 ਮਹੀਨਿਆਂ ਦੇ ਵਿੱਚ ਇਹ ਇੱਥੇ ਕੰਮ ਕਰਨ ਜਾਂ ਬਿਜ਼ਨਸ ਕਰਨ ਦੇ ਯੋਗ ਹੋ ਜਾਣਗੇ। ਸੋ 3 ਮਹੀਨੇ ਆਪਾਂ ਇਹਨਾਂ ਦੀ ਪੂਰੀ ਟਿਕਟ। ਜਿਵੇਂ ਹੁਣ ਕੈਨੇਡਾ ਦੇ ਵਿੱਚ ਤਾਂ ਇਹ ਕੋਈ ਇੱਕ ਵਾਰੀ ਰਿਫਿਊਜੀ ਆ ਜੇ ਜੀ ਤਾਂ ਉਹ
ਉਹ ਸ਼ਬਦ ਹੁਣ ਮੈਂ ਵਰਤ ਨਹੀਂ ਸਕਦਾ ਕਹਿੰਦੇ ਹੁੰਦੇ ਆ ਕਿ ਮੈਕਸੀਕੋ ਵੀ ਇਦਾਂ ਦੀ ਕੋਈ ਉਹਨਾਂ ਦੀ ਸਹੂਲਤ ਹੈਗੀ ਮੈਕਸੀਕੋ ਦੇ ਵਿੱਚ ਗਵਰਨਮੈਂਟ ਵੱਲੋਂ, ਕਿਉਂਕਿ ਸਾਨੂੰ ਵੀ ਪਹਿਲਾਂ ਪਤਾ ਨਹੀਂ ਸੀ, ਜਿੱਦਾਂ ਮੈਂ ਦੱਸਿਆ ਵੀ ਆਪਣੇ ਲਈ ਵੀ ਫਸਟ ਇਹ ਐਕਸਪੀਰੀਅੰਸ ਸੀ। ਸੋ ਮੰਡੇ ਨੂੰ ਹੀ ਉਹ ਜਦੋਂ ਉੱਥੇ ਦਫ਼ਤਰ ਦੇ ਵਿੱਚ ਗਏ ਨੇ ਰਜਿਸਟ੍ਰੇਸ਼ਨਸ ਵਗੈਰਾ ਕਰਾਉਣ ਲਈ, ਸੋ ਉੱਥੇ ਪਤਾ ਲੱਗਿਆ ਵੀ ਉੱਥੇ ਗਵਰਨਮੈਂਟ ਵੱਲੋਂ ਕੋਈ ਇੱਦਾਂ ਦਾ ਇਨਸੈਂਟਿਵ ਜਾਂ ਕੋਈ ਇੱਦਾਂ ਦੀ ਸਹੂਲਤ ਨਹੀਂ ਹੈ। ਹਾਂ, ਉਹ ਕਹਿੰਦੇ ਵੀ ਜਿਹੜਾ ਤੁਹਾਡਾ ਆਈਡੀਜ਼ ਦਾ ਜਾਂ ਹੋਰ ਆ ਜਿਹੜਾ ਪ੍ਰੋਸੈਸ ਹੈ ਉਹ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿੰਨੀ ਵੀ ਛੇਤੀ ਅਸੀਂ ਉਹਨੂੰ ਕੰਪਲੀਟ ਕਰ ਦਈਏ ਵੀ ਤਾਂ ਕਿ ਤੁਸੀਂ ਆਪਣਾ ਕੰਮ ਵਗੈਰਾ ਕਰਨ ਦੇ ਯੋਗ ਹੋ ਜਾਓ। ਉਹ ਕਹਿ ਲਓ ਵੀ ਐਜ਼ ਏ ਕਮਿਊਨਿਟੀ ਮੈਕਸੀਕੋ ਦੇ ਵਿੱਚ ਵੀ ਆਪਣੀ ਕਮਿਊਨਿਟੀ ਕਾਫੀ ਹੈਗੀ ਆ, ਕਾਫੀ ਆਪਣੇ ਕਹਿ ਲਓ ਵੀ ਕਮਿਊਨਿਟੀ ਮੈਂਬਰ ਨੇ ਜਿਹੜੇ ਆਪਣੇ ਪਰਿਵਾਰ ਨੇ, ਮਹਾਰਾਜ ਦੀ ਬੜੀ ਕਿਰਪਾ ਉਹਨਾਂ 'ਤੇ, ਬੜੇ ਸੋਹਣੇ ਬਿਜ਼ਨਸ ਚੱਲ ਰਹੇ ਨੇ। ਸੋ ਉਹਨਾਂ ਦੇ ਨਾਲ ਤੇ ਕੁਛ ਆਪਾਂ ਸਾਰੇ ਰਲ ਮਿਲ ਕੇ ਉਹਨਾਂ ਦੀ ਉੱਥੇ ਮਦਦ ਕਰ ਰਹੇ ਹਾਂ ਜੀ। ਬਿਲਕੁਲ। ਜਿਹੜੇ ਹੁਣ ਫੈਮਲੀਆਂ 141 ਤਾਂ ਇਹ ਆ ਜਾਣਗੇ, ਚਲੋ ਹੋਰ 2-4 ਮਹੀਨਿਆਂ ਦੇ ਵਿੱਚ ਆ ਜਾਣਗੇ। ਜਿਹੜੇ ਬਾਕੀ ਰਹਿ ਗਏ ਫਿਰ ਉਹਨਾਂ ਦਾ ਮੰਨ ਲਓ ਕਿਸੇ ਗਵਰਨਮੈਂਟ ਨੇ ਹਜੇ ਨਾ ਹਾਮੀ ਭਰੀ, ਕਿਸੇ ਸਰਕਾਰ ਨੇ ਨਾ ਹਾਮੀ ਭਰੀ, ਫਿਰ ਉਹਨਾਂ ਦਾ ਉੱਥੇ ਉਹਨਾਂ ਦਾ ਹਾਂਜੀ, ਜੇ ਕੋਈ ਵੀ ਨਹੀਂ ਹੋਰ ਬਾਂਹ ਫੜਦਾ ਤੇ ਫਿਰ ਅਸੀਂ ਮੈਕਸੀਕੋ ਗਵਰਨਮੈਂਟ, ਕਿਉਂਕਿ ਅਸੀਂ ਇੱਕ ਟਰੈਕ ਰੈਕਡ ਬਣਾ ਦੇਣਾ ਨਾ 141 ਲਿਆ ਕੇ, ਸੋ ਉਹਦੇ ਬੇਸ ਤੇ ਅਸੀਂ ਫਿਰ ਰਿਕੁਐਸਟ ਕਰਾਂਗੇ, ਇਹਨਾਂ ਨਾਲ ਦੁਬਾਰਾ ਬੈਠਾਂਗੇ ਕਿ ਜਿੰਨੇ ਵੀ ਸਾਨੂੰ ਹੋਰ ਵੀਜ਼ੇ ਇਸ਼ੂ ਕੀਤੇ ਜਾਣ। ਤੇ ਫਿਰ ਗਵਰਨਮੈਂਟ ਦੇ ਨਾਲ ਪੂਰੀ ਆਸ ਹੈ ਜੀ ਕਿ ਇਸ ਤੋਂ ਪਹਿਲਾਂ ਹੋਰ ਵੀ ਕੰਟਰੀ ਆਉਣਗੇ, ਤੇ ਜੇ ਨਹੀਂ ਤਾਂ ਮੈਕਸੀਕੋ ਨੂੰ ਤਾਂ ਅਸੀਂ ਜ਼ਰੂਰ ਰਿਕੁਐਸਟ ਕਰਾਂਗੇ ਕਿ ਸਾਡੇ ਜਿੰਨੇ ਉੱਥੇ ਰਹਿ ਗਏ ਉਹਨਾਂ ਨੂੰ ਵੀ ਇੱਥੇ ਬੁਲਾ ਲਿਆ ਜਾਵੇ। ਬੜਾ ਚੰਗਾ ਇਹ ਉਪਰਾਲਾ। ਮੈਂ ਕਹਿੰਦਾ ਵੀ ਆਪਣੇ ਗੱਲ ਕਰਦੇ ਕਰਦੇ ਹੀ ਮੈਨੂੰ ਐਂ ਲੱਗਦਾ ਗਾ ਵੀ ਯਾਰ ਇਸ ਤੋਂ ਵਧੀਆ ਕੀ ਹੋ ਸਕਦਾ, ਹੈ ਨਾ। ਆਪਣੇ ਲਈ ਸਾਰੇ ਕਰਦੇ ਨੇ, ਪਰ ਜੇ ਅਸੀਂ ਕਿਸੇ ਦੀ ਬਾਂਹ ਫੜਦੇ ਹਾਂ, ਖਾਸ ਕਰਕੇ ਅਜਿਹੇ ਹਾਲਾਤਾਂ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ, ਭਾਵੇਂ ਉਹ ਕਿਸੇ ਵੀ ਕਮਿਊਨਿਟੀ ਦੇ ਲੋਕ ਨੇ ਜਿਹੜੇ ਘੱਟ ਗਿਣਤੀ ਨੇ ਉੱਥੇ ਰਹਿ ਗਏ, ਉਹਨਾਂ ਦੀ ਬਾਂਹ ਫੜਨਾ, ਕਿਉਂਕਿ ਉਹ ਹੁਣ ਜ਼ੀਰੋ ਆ। ਉਹ ਤੁਸੀਂ ਦੱਸਿਆ ਵੀ ਉਹ ਆਪਣੇ ਕਾਰੋਬਾਰ, ਘਰ-ਬਾਰ ਸਭ ਕੁਝ ਛੱਡ ਕੇ ਉੱਥੇ ਭੱਜਿਆ ਹੈ। ਹੁਣ ਦੇਖੋ ਵੀ ਉਹ ਇੱਕ ਤਾਂ ਮਾਨਸਿਕ ਤੌਰ 'ਤੇ ਕਿੰਨੇ ਬਿਮਾਰ ਹੋ ਗਏ, ਆਰਥਿਕ ਤੌਰ 'ਤੇ ਤਾਂ ਸਾਨੂੰ ਪਤਾ ਹੀ ਆ ਉਹਨਾਂ ਕੋਲ ਹੈ ਕੁਛ ਨਹੀਂ, ਠੀਕ ਹੈ ਨਾ। ਸੋ ਅਜਿਹੇ ਸਮੇਂ ਦੇ ਵਿੱਚ ਮੈਂ ਕਹਿਣਾ ਵੀ ਸਭ ਸੰਸਥਾਵਾਂ ਜਿੰਨੀਆਂ ਵੀ ਹੈਗੀਆਂ ਨੇ, ਭਾਵੇਂ ਉਹ ਸਿੱਖ ਸੰਸਥਾਵਾਂ ਨੇ, ਚਾਹੇ ਹੋਰ ਸੰਸਥਾਵਾਂ ਨੇ, ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ, ਉਹਨਾਂ ਨੂੰ ਬਾਂਹ ਜ਼ਰੂਰ ਫੜਨੀ ਚਾਹੀਦੀ ਹੈ। ਸੋ ਅੱਛਾ, ਜੇ ਮੰਨ ਲਓ ਸਾਡੇ ਜਿਹੜੇ ਦਰਸ਼ਕ ਇਸ ਟਾਈਮ ਆਪਣਾ ਪ੍ਰੋਗਰਾਮ ਦੇਖ ਰਹੇ ਨੇ, ਉਹਨਾਂ ਦੇ ਵਿੱਚੋਂ ਕੋਈ ਚਾਹੇ ਵੀ ਯਾਰ ਅਸੀਂ ਵੀ ਵੀ ਦਸਮਤ ਸੌਂਦ ਕਹਿ ਦਿੰਦੇ ਕੱਢਣਾ, ਜਾਂ ਅਸੀਂ ਮਦਦ ਕਰਨੀ ਚਾਹੁੰਦੇ ਹਾਂ ਇਹਨਾਂ ਦੀ, ਭਾਵੇਂ ਉਹ ਧਨ ਦੇ ਨਾਲ ਹੋਵੇ ਜਾਂ ਕਿਸੇ ਹੋਰ ਢੰਗ ਦੇ ਨਾਲ ਹੋਵੇ, ਵੀ ਜਾਂ ਅਸੀਂ ਮੈਕਸੀਕੋ ਦੇ ਵਿੱਚ ਜੇ ਕੋਈ ਫੈਮਿਲੀ ਆਉਂਦੀ ਆ, ਅਸੀਂ ਜੇ ਉਹਨਾਂ ਨੂੰ ਸਪੋਂਸਰ ਕਰ ਦਿਆਂਗੇ, ਅਸੀਂ 4 ਮਹੀਨੇ ਉਹਨਾਂ ਦੇ ਲਈ, 3-4 ਮਹੀਨੇ ਉਹਨਾਂ ਦੇ ਗੁਜ਼ਰ ਬਸਰ ਦਾ ਜਿਹੜਾ ਖਰਚਾ ਅਸੀਂ ਚੱਕਾਂਗੇ, ਕਿਉਂਕਿ ਮੈਕਸੀਕੋ ਗਵਰਨਮੈਂਟ ਤਾਂ ਦੇ ਨਹੀਂ ਰਹੀ। ਉਹ ਹੁਣ 141 ਫੈਮਲੀਆਂ ਆਉਣੀਆਂ, ਠੀਕ ਹੈ ਨਾ। ਤੇ ਯੂਨਾਈਟਿਡ ਸਿੱਖ ਨੇ ਇਕੱਲਾ ਇਹੀ ਤਾਂ ਹੈ ਨਹੀਂ ਵੀ ਕੰਮ ਇਹੀ ਕੰਮ ਕਰਦੇ ਆ, ਤੁਸੀਂ ਦੱਸਿਆ ਕਿ ਹੋਰ ਵੀ ਬਹੁਤ ਸਾਰੇ ਕੰਮ ਉਹਨਾਂ ਦੇ ਕਾਰਜ ਹੈਗੇ ਨੇ। ਸੋ ਕਿਸ ਤਰ੍ਹਾਂ ਸੰਪਰਕ ਕੀਤਾ ਜਾ ਸਕਦਾ? ਹਾਂਜੀ, ਤੁਸੀਂ ਐਜ਼ ਏ ਵਲੰਟੀਅਰ ਯੂਨਾਈਟਿਡ ਸਿੱਖਸ ਨਾਲ ਜੁੜ ਸਕਦੇ ਹੋ, ਐਜ਼ ਏ ਸੇਵਾਦਾਰ, ਕਿਉਂਕਿ ਅਸੀਂ ਸਾਰੇ ਸੇਵਾਦਾਰ ਹੀ ਹਾਂ ਜੀ। ਤੇ ਜੇ ਤੁਸੀਂ ਆਪਣੇ ਵੱਲੋਂ ਦਸਵਾਂ ਦਸੌਂ, ਜਿੱਦਾਂ ਚਮਕੌਰ ਜੀ ਨੇ ਕਿਹਾ, ਇਸ ਤਰੀਕੇ ਨਾਲ ਬਹੁਤ ਲੋੜ ਹੈ, ਕਿਉਂਕਿ ਆਪਾਂ ਨੂੰ ਵੀ ਪਤਾ ਹੈ ਕਿ ਅੱਜ ਕੱਲ੍ਹ ਮਹਿੰਗਾਈ ਦੇ ਟਿਕਟਾਂ ਹੀ ਬਹੁਤ ਮਹਿੰਗੀਆਂ ਨੇ। ਹੁਣ 2-2 ਹਜ਼ਾਰ ਦੀ ਤਾਂ ਟਿਕਟ ਹੀ ਮਿਲ ਰਹੀ ਹੈ ਜੀ, ਤੇ ਸਿੱਧੀ ਕੋਈ ਟਿਕਟ ਨਹੀਂ ਮਿਲਦੀ ਵਾਇਆ ਹੋਰ ਕਈ ਕੰਟਰੀਜ਼ ਦੇ ਵਿੱਚ। ਸੋ ਤੁਸੀਂ ਕੋਈ ਵੀ 에ਅਰ ਫੇਅਰ ਟਿਕਟ ਸਪੋਂਸਰ ਕਰਨੀ ਚਾਹੁੰਦੇ ਹੋ, ਟਿਕਟ ਸਪੋਂਸਰ ਕਰ ਸਕਦੇ ਹੋ। ਤੁਸੀਂ ਕਿਸੇ ਫੈਮਿਲੀ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਤੁਸੀਂ ਫੈਮਿਲੀ ਨੂੰ ਸਪੋਂਸਰ ਕਰ ਸਕਦੇ ਹੋ। ਜਾਂ ਜੇ ਤੁਸੀਂ ਆਪਣੇ ਵੱਲੋਂ ਦਸਵੰਧ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ ਹੈ, ਉਹਦੇ 'ਤੇ ਤੁਸੀਂ ਡੋਨੇਟ ਕਰ ਸਕਦੇ ਹੋ। ਜਾਂ ਆਪਣੀ ਵੈਬਸਾਈਟ ਹੈ united6.org, ਉਹਦੇ 'ਤੇ ਜਾ ਕੇ ਡੋਨੇਟ ਦੇ ਬਟਨ 'ਤੇ ਕਲਿੱਕ ਕਰੋਗੇ, ਉੱਥੇ ਤੁਸੀਂ ਸੰਪਰਕ ਕਰਕੇ ਉੱਥੇ ਤੁਸੀਂ ਡੋਨੇਟ ਕਰ ਸਕਦੇ ਹੋ। ਜਾਂ ਆਪਣਾ ਇੱਥੇ ਮਾਲਟਨ ਦੇ ਵਿੱਚ ਦਫ਼ਤਰ ਹੈ, ਤੁਸੀਂ ਉੱਥੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਡਾ ਫ਼ੋਨ ਨੰਬਰ ਹੈ ਜੀ 905-672-2245। ਉਹਦੇ ਜ਼ਰੀਏ ਤੁਸੀਂ ਇੱਥੇ ਸਾਨੂੰ ਭੇਜ ਸਕਦੇ ਹੋ, ਜਾਂ ਤੁਸੀਂ ਸਾਨੂੰ ਚੈੱਕ ਮੇਲ ਕਰ ਸਕਦੇ ਹੋ, ਉਹ ਵੀ ਅਸੀਂ ਤੁਹਾਨੂੰ ਫ਼ੋਨ 'ਤੇ ਐਡਰੈਸ ਵਗੈਰਾ ਦੇ ਸਕਦੇ ਹਾਂ। ਸੋ ਇਸ ਤਰੀਕੇ ਦੇ ਨਾਲ ਕਈ ਪਲੇਟਫਾਰਮ ਹੈਗੇ ਜਿਹਨਾਂ ਦੇ ਥਰੂ ਤੁਸੀਂ ਆਪਣੀ ਤੌਰ 'ਤੇ ਸੇਵਾ ਕਰ ਸਕਦੇ ਹੋ। ਸੋ ਬਹੁਤ ਧੰਨਵਾਦ ਸੁਖਵਿੰਦਰ ਸਿੰਘ ਜੀ, ਆਪਣਾ ਸਮਾਂ ਹੁਣ ਸਮਾਪਤ ਹੈ, ਅਤੇ ਮੈਂ ਇੱਕ ਵਾਰੀ ਫਿਰ ਵਧਾਈ ਦੇਣੀ ਚਾਹਾਂਗਾ ਯੂਨਾਈਟਿਡ ਸਿੱਖ ਸੰਸਥਾ ਨੂੰ, ਅਤੇ ਜਿੰਨੇ ਵੀ ਤੁਸੀਂ ਵਲੰਟੀਅਰ ਇਸ ਸੰਸਥਾ ਦੇ ਨਾਲ ਜੁੜੇ ਹੋ। ਬਹੁਤ ਹੀ ਚੰਗਾ ਉਪਰਾਲਾ, ਜਿੰਨੀ ਇਹਦੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਆ। ਸੋ ਮੈਂ ਸਾਡੇ ਦਰਸ਼ਕਾਂ ਨੂੰ ਵੀ ਇਹ ਬੇਨਤੀ ਜ਼ਰੂਰ ਕਰਾਂਗਾ ਕਿ ਜਿਸ ਤਰ੍ਹਾਂ ਸੁਖਵਿੰਦਰ ਹੋਣਾ ਨੇ ਦੱਸਿਆ, ਤਿਲ ਦੇ ਨਾਲ, ਤਿਲ ਫੁੱਲ ਦੇ ਨਾਲ ਹੀ ਕਹਿੰਦੇ ਗਾਗਰ ਭਰ ਜਾਂਦੀ ਹੈ। ਸਾਡਾ ਇਹ ਅੱਜ ਦਾ ਜਿਹੜਾ ਸ਼ੋਅ ਦਾ ਮਕਸਦ ਕੋਈ ਡੋਨੇਸ਼ਨ ਇਕੱਠਾ ਕਰਨਾ ਨਹੀਂ,
ਇਹ ਕਈ ਵਾਰੀ ਸਾਡੇ ਨਾ ਲੋਕਾਂ ਦੇ ਮਨ ਦੇ ਵਿੱਚ ਇਹ ਚਲੀ ਜਾਂਦੀ ਪਤਾ ਨਹੀਂ ਇਹਨਾਂ ਨੇ ਸ਼ੋਅ ਹੀ ਇਸ ਕਰਕੇ ਕੀਤਾ ਕਿ ਡੋਨੇਸ਼ਨ ਇਕੱਠੀ ਕਰਨੀ ਸੀਗੀ। ਪਰ ਇਹ ਤੁਹਾਡੀ ਇੱਛਾ, ਅਸੀਂ ਤਾਂ ਸਿਰਫ ਇਹ ਦੱਸਣਾ ਸੀਗਾ ਕਿ ਅਫਗਾਨਿਸਤਾਨ ਦੇ ਜਿਹੜੇ ਸਿੱਖ ਸੀਗੇ ਉਹ ਕਿਹੜੇ ਹਾਲਾਤ ਦੇ ਵਿੱਚ ਰਹਿ ਰਹੇ ਸੀਗੇ, ਕਿਹੜੀਆਂ ਉਹਨਾਂ ਨੂੰ ਮੁਸ਼ਕਲਾਂ ਆਈਆਂ ਸੀ, ਹੁਣ ਉਹ ਕਿੱਥੇ ਨੇ। ਤੇ ਯੂਨਾਈਟਿਡ ਸਿੱਖ ਸੰਸਥਾ, ਕਈ ਵਾਰੀ ਹੁੰਦਾ ਨਾ ਕਿ ਯਾਰ ਕਿਸੇ ਸਿੱਖ ਸੰਸਥਾ ਨੇ ਫਲਾਣੇ ਸਿੱਖਾਂ ਦੇ ਲਈ ਕੁਝ ਕੀਤਾ ਕਿ ਨਹੀਂ ਕੀਤਾ, ਉਹ ਦੱਸਣ ਦਾ ਸਾਡਾ ਮਕਸਦ ਸੀਗਾ ਕਿ ਯੂਨਾਈਟਿਡ ਸਿੱਖ ਸੰਸਥਾ ਜਿਹੜੀ ਉਹਨਾਂ ਨੇ 141 ਵੀਜ਼ੇ ਹੁਣ ਜਿਹੜੇ ਇਹ ਲੱਗ ਗਏ ਨੇ। ਜਿਵੇਂ ਇਹਨਾਂ ਨੇ ਦੱਸਿਆ ਕਿ 52 ਕੰਟਰੀਆਂ ਨੂੰ ਅਪੀਲ ਕੀਤੀ ਸੀਗੀ ਇਹਨਾਂ ਨੇ ਕਿ 600-700 ਸਾਡਾ ਜਿਹੜਾ ਅਫਗਾਨਿਸਤਾਨ ਦੇ ਵਿੱਚ ਸਿੱਖ ਆ ਉਹ ਇਸ ਹਾਲਾਤ ਦੇ ਵਿੱਚ ਰਹਿ ਰਹੇ ਨੇ, ਉਹਨਾਂ ਨੂੰ ਪੋਲੀਟੀਕਲ ਸਟੇ ਜੇ ਕੋਈ ਕੰਟਰੀ ਦੇ ਸਕਦਾ ਇਹਨਾਂ ਨੇ ਅਪੀਲ ਕੀਤੀ ਸੀ। ਸਭ ਤੋਂ ਪਹਿਲਾਂ ਮਹੀਨੇ ਦੇ ਵਿੱਚ ਹੀ ਜਿਹੜੀ ਉਹਦਾ ਰਿਪਲਾਈ ਆ ਗਿਆ ਸੀ ਕਿ ਮੈਕਸੀਕੋ ਗੌਰਮੈਂਟ ਨੇ ਕਿਹਾ ਸੀਗਾ ਕਿ ਅਸੀਂ ਇੰਨੇ ਕੁ ਵੀਜ਼ੇ ਦੇ ਸਕਦੇ ਹਾਂ। ਪਹਿਲੀ ਵਾਰੀ ਦੇ ਵਿੱਚ ਹੀ ਉਹਨਾਂ ਨੇ 141 ਦੇ ਲਈ ਹਾਂ ਕੀਤੀ ਹੈ। 141 ਦੇ ਵਿੱਚੋਂ ਪਹਿਲੇ ਹੁਣ ਦੋ ਜਾਣੇ ਤਲਵਿੰਦਰ ਸਿੰਘ ਤੇ ਰਾਮ ਬਿਜੋਹਰੀ ਉਹ ਮੈਕਸੀਕੋ ਪਹੁੰਚ ਚੁੱਕੇ ਨੇ। ਤਸਵੀਰਾਂ ਤੁਸੀਂ ਦੇਖ ਰਹੇ ਹੋ, ਏਅਰਪੋਰਟ 'ਤੇ ਸਵਾਗਤ ਕਰ ਰਹੇ ਨੇ ਉੱਥੋਂ ਦੇ ਜਿਹੜੇ ਅਫੀਸ਼ੀਅਲ ਹੈਗੇ ਨੇ ਔਰ ਯੂਨਾਈਟਿਡ ਸਿੱਖ ਸੰਸਥਾ ਦੇ ਜਿਹੜੇ ਵਲੰਟੀਅਰ ਹੈਗੇ ਨੇ। ਹੁਣ ਇਹਨਾਂ ਨੇ ਕਿਹਾ ਕਿ 3 ਮਹੀਨੇ ਦੇ ਲਈ, ਕਿਉਂਕਿ ਮੈਕਸੀਕੋ ਸਰਕਾਰ ਆ ਜਿਹੜੀ ਉਹ ਰਿਫਿਊਜੀ ਕੋਈ ਆਉਂਦਾ ਨਹੀਂ ਹੋਣਾ ਜਾਂਦਾ ਉੱਥੇ, ਰਿਫਿਊਜੀਆਂ ਦੇ ਲਈ ਉਹਨਾਂ ਨੂੰ ਹੈ ਨਹੀਂ, ਉਹਨਾਂ ਦੇ ਸਹੂਲਤਾਂ ਹੈ ਨਹੀਂ ਗੀਆਂ ਰਹਿਣ ਸਹਿਣ ਦੀਆਂ ਜਾਂ ਮੈਡੀਕਲ ਦੀਆਂ ਕੋਈ ਸਹੂਲਤਾਂ, ਸੋ ਸਾਰਾ ਖਰਚਾ ਯੂਨਾਈਟਿਡ ਸਿੱਖ ਸੰਸਥਾ ਹੀ ਕਰ ਰਹੀ ਹੈਗੀ। ਸੋ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਵੀ ਸਹਿਯੋਗ ਕਰੀਏ ਯੂਨਾਈਟਿਡ ਸਿੱਖਸ ਦਾ। 141 ਦੇ ਕਰੀਬ ਫੈਮਲੀਆਂ ਆਉਣੀਆਂ ਨੇ, ਸੋ ਇਹ ਰਲ ਮਿਲ ਕੇ ਹੋਣਾ ਸਾਡੀ ਕੌਮ ਦੇ ਲਈ ਮੈਂ ਕਹਿੰਦਾ ਸਭ ਤੋਂ ਵੱਡਾ ਇਹ ਇੱਕ ਚੈਲੰਜ ਕਹਿ ਸਕਦੇ ਹਾਂ ਅਸੀਂ, ਠੀਕ ਹੈ। ਇਸ ਚੈਲੰਜ ਨੂੰ ਅਸੀਂ ਸਾਰਿਆਂ ਨੇ ਰਲ ਮਿਲ ਕੇ ਹੀ ਸਵੀਕਾਰਨਾ ਤੇ ਸਾਡੇ ਲਈ ਮਾਣ ਵਾਲੀ ਗੱਲ ਵੀ ਹੋਵੇਗੀ। ਔਰ ਜਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚੋਂ ਅਫਗਾਨਿਸਤਾਨ ਦੇ ਸਿੱਖ ਆਏ ਨੇ ਉਹਨਾਂ ਦੀ ਬਾਂਹ ਫੜ ਕੇ ਅਸੀਂ ਇੱਕ ਮਿਸਾਲ ਵੀ ਕਾਇਮ ਪੈਦਾ ਕਰਾਂਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਤੁਹਾਡੇ ਤੋਂ ਇਜਾਜ਼ਤ ਲਵਾਂਗੇ, ਫਿਰ ਹਾਜ਼ਰ ਹੋਵਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮਹਿਮਾਨ ਦੇ ਨਾਲ।